ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਆ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਜ਼ਮੀਨ ਤੇ ਸੰਘਰਸ਼ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 24 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਮਾਨ ਕੈਬਨਿਟ ਤੋਂ। ਕਹਿੰਦੇ ਵਿਸਥਾਰ ਹੋਣ ਜਾ ਰਿਹਾ, ਨਵਿਆਂ ਦੀ ਆਮਦ ਹੈ ਤੇ ਜੇਕਰ ਨਵਿਆਂ ਦੀ ਆਮਦ ਹੋ ਰਹੀ ਹੈ ਤੇ ਇਹਦਾ ਮਤਲਬ ਆ ਪੁਰਾਣਿਆਂ ਦੀ ਛੁੱਟੀ ਵੀ ਕਈਆਂ ਦੀ ਹੋਣੀ ਲਾਜ਼ਮੀ ਹੈ। ਤੇ ਨਵਿਆਂ ਦੀ ਆਮਦ ਦੀ ਤਾਂ ਖੁਸ਼ੀ ਹੈ ਨਵਿਆਂ ਨੂੰ, ਪਰ ਜਿਹੜੇ ਪੁਰਾਣੇ ਆ ਉਹਨਾਂ ਨੂੰ ਛੁੱਟੀ ਦਾ ਡਰ ਸਾਰਿਆਂ ਨੂੰ ਹੀ ਪਿਆ ਹੋਇਆ ਜੀ। ਬਿਲਕੁਲ ਪ੍ਰਵੀਨ ਜੀ, ਇਹ ਆਪਾਂ ਪਹਿਲਾਂ ਵੀ ਪਿਛਲੇ ਦਿਨਾਂ ਦੇ ਵਿੱਚ ਨਤੀਜੇ ਆਉਣ ਤੋਂ ਪਹਿਲਾਂ ਵੀ ਇਹ ਚਰਚਾ ਕਰਦੇ ਆਏ ਆ ਕਿ ਪੰਜਾਬ ਕੈਬਨਿਟ ਦਾ ਵਿਸਤਾਰ ਤੈਅ ਹੈ ਜੀ। ਚਾਹੇ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਲੁਧਿਆਣਾ ਜ਼ਿਮਨੀ ਚੋਣ ਜਿੱਤੇ ਚਾਹੇ ਨਾ ਜਿੱਤੇ, ਨਤੀਜੇ ਜੋ ਮਰਜ਼ੀ ਆਉਂਦੇ, ਪੰਜਾਬ ਕੈਬਨਿਟ ਦਾ ਵਿਸਤਾਰ ਜਾਂ ਉਹਦੇ ਫੇਰ ਬਦਲ ਤੈਅ ਸੀ ਜੀ। ਸੋ ਹੁਣ ਥੋੜਾ ਜਿਹਾ ਹੋਰ ਆਸਾਨ ਹੋ ਗਿਆ ਕਿਉਂਕਿ ਸੰਜੀਵ ਅਰੋੜਾ ਨਾਲ ਵਾਅਦਾ ਸੀ ਇਹ, ਤੇ ਉਹ ਵਾਅਦਾ ਵਫਾ ਕਰਨ ਦਾ ਵਕਤ ਆ ਗਿਆ। ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਉਂਦੇ। ਬੇਸ਼ੱਕ ਉਹ ਆ ਕੇ ਕਹਿੰਦੇ ਨੇ ਕਿ ਜੀ ਮੈਂ ਸਮਾਂ ਲਿਆ ਉਹਨਾਂ ਤੋਂ ਜੀ ਕਿ ਜੀ ਇਸ ਲਈ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਦਫ਼ਤਰ ਲਈ ਥਾਂ ਦਿੱਤੀ ਜਾਵੇ। ਅਸੀਂ ਰਾਸ਼ਟਰੀ ਪਾਰਟੀਆਂ ਸਾਰੇ ਨੋਰਮ ਪੂਰੇ ਕਰਦੇ ਹਾਂ, ਸਾਰੀਆਂ ਪਾਰਟੀਆਂ ਕੋਲ ਇੱਥੇ ਥਾਂ ਹੈ, ਸਾਡੇ ਕੋਲ ਥਾਂ ਨਹੀਂ ਹੈਗੀ, ਸਾਨੂੰ ਦਫ਼ਤਰ ਬਣਾਉਣ ਲਈ ਥਾਂ ਦਿੱਤੀ ਜਾਵੇ। ਤੇ ਕਹਿੰਦੇ ਮੈਂ ਤਾਂ ਇਸ ਲਈ ਮਿਲ ਕੇ ਆਇਆ। ਪਰ ਬਾਅਦ ਮੀਡੀਆ ਨੇ ਵੀ ਸਵਾਲ ਪੁੱਛਿਆ ਜੀ ਕਿ ਕੈਬਨਿਟ ਦਾ ਵਿਸਤਾਰ ਕੀ, ਕਹਿੰਦੇ 2-4 ਦਿਨਾਂ ਚ। ਠੀਕ ਹੈ। ਤੋ 2-4 ਦਿਨਾਂ ਦਾ ਮਤਲਬ 26 ਜੂਨ ਨੂੰ ਪੰਜਾਬ ਕੈਬਨਿਟ ਦੀ ਬੈਠਕ ਹੈ ਜੀ। ਤੇ ਜੇ ਪੰਜਾਬ ਕੈਬਨਿਟ ਦੀ ਬੈਠਕ ਹੈ, ਹੁਣ ਅੰਦਾਜ਼ੇ ਇਹ ਲਾਏ ਜਾ ਰਹੇ ਨੇ ਪ੍ਰਵੀਨ ਜੀ ਕਿ ਕੀ 26 ਜੂਨ ਨੂੰ ਨਵੇਂ ਮੰਤਰੀ ਕੈਬਨਿਟ ਦੀ ਬੈਠਕ ਚ ਹਿੱਸਾ ਲੈਣਗੇ ਕਿ ਪੁਰਾਣਿਆਂ ਨਾਲ ਹੋਊਗੀ, ਉਹ ਤੋਂ ਬਾਅਦ ਨਵਿਆਂ ਦੀ ਵਾਰੀ ਆਊਗੀ। ਚਲੋ ਚਾਹੇ 26 ਵਾਲੀ ਚ ਬੈਠਣ ਜਾਂ ਨਾ ਬੈਠਣ, ਪਰ ਸਵਾਲ ਤਾਂ ਮੰਤਰੀ ਬਣਦਾ, ਉਹ ਕੰਮ ਪੱਧਰਾ ਹੋ ਗਿਆ। ਹੁਣ 2 ਪੋਸਟਾਂ ਖਾਲੀ ਨੇ, ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਕਿ ਜੇ ਤਾਂ 2 ਭਰਨੀਆਂ ਹੋਣ ਫਿਰ ਤਾਂ 2 ਲੈਣ ਤੋਂ ਬਾਅਦ ਤੁਸੀਂ ਵਿਭਾਗਾਂ ਦਾ ਆਦਾਨ ਪ੍ਰਦਾਨ ਇੱਧਰ ਉੱਧਰ ਕਰ ਸਕਦੇ ਹੋ, ਫਿਰ ਤੁਹਾਨੂੰ ਕਿਸੇ ਨੂੰ ਛੇੜਨ ਦੀ ਲੋੜ ਨਹੀਂ। ਇੱਕ ਸੰਜੀਵ ਅਰੋੜਾ ਤੇ ਦੂਜਾ ਕੋਈ ਵੀ ਹੋ ਸਕਦਾ, ਉਹ ਮਤਲਬ ਇੰਦਰਵੀਰ ਸਿੰਘ ਨਿੱਜਰ ਵੀ ਹੋ ਸਕਦੇ ਨੇ, ਕਿਉਂਕਿ ਉਹਨਾਂ ਨਾਲ ਵਾਅਦਾ ਵੀ ਰਿਹਾ ਪਿਛਲੇ ਦਿਨਾਂ ਦੇ ਵਿੱਚ। ਕੇਜਰੀਵਾਲ ਉਹਨਾਂ ਕੋਲ ਜਾ ਕੇ ਜਿਵੇਂ ਅੰਮ੍ਰਿਤਸਰ ਠਹਿਰਦੇ ਰਹਿੰਦੇ ਨੇ ਤੇ ਉੱਥੇ ਇੱਕ ਵਾਰ ਫਿਰ ਪਿਛਲੀ ਵਾਰ ਰਹਿਣ ਦੇ ਬਾਅਦ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਕੈਬਨਿਟ ਚੋਂ। ਸਥਾਨਕ ਸਰਕਾਰ ਦੇ ਮੰਤਰੀ ਰਹੇ ਨੇ ਤੇ ਸਿੱਖ ਚਿਹਰੇ ਵਜੋਂ ਵੀ ਮੰਨੇ ਜਾਂਦੇ ਨੇ। ਸੋ ਇਸ ਲਈ ਮਤਲਬ ਕਿ ਉਹਨਾਂ ਦੀ ਆਮਦ ਦਾ ਇਹ ਚਰਚੇ ਨੇ ਕਿ ਉਹ ਆ ਸਕਦੇ ਨੇ। ਇੱਧਰ ਚੀਫ ਖਾਲਸਾ ਦੀਵਾਨ ਨੂੰ ਜਿਵੇਂ ਸੰਮਣ ਕੀਤੇ ਨੇ ਗਿਆਨੀ ਕੁਲਦੀਪ ਸਿੰਘ ਗੜਗੜ ਹੋਰਾਂ ਨੇ ਕਿ ਵੀ ਦੱਸੋ ਤੁਸੀਂ ਕਿਵੇਂ ਆਪਣੇ ਸੰਵਿਧਾਨ ਅਨੁਸਾਰ ਸੰਪੂਰਨ ਸਿੱਖ ਦੇ ਰੂਪ ਦੇ ਵਿੱਚ ਕਿਉਂ ਨਹੀਂ ਲੈ ਰਹੇ ਬੰਦੇ, ਇਹ ਕਿਉਂ ਤੁਰਿਆ ਰਹੇ ਨੇ ਲੰਮੇ ਸਮੇਂ ਤੋਂ ਪਹਿਲਾਂ ਤੋਂ ਹੀ ਪ੍ਰਕਿਰਿਆ। ਉਹਨਾਂ ਦੀ ਜਵਾਬਦੇਹੀ ਹੈ, ਉੱਥੇ ਪ੍ਰਧਾਨ ਨੇ ਚੀਫ ਖਾਲਸਾ ਦੀਵਾਨ ਦੇ। ਸੋ ਕੀ ਇਹ ਕਨੈਕਸ਼ਨ ਇਸ ਲਈ ਜੁੜਦਾ ਕਿ ਉਹ ਮੰਤਰੀ ਬਣਨ ਜਾ ਰਹੇ ਨੇ ਤੇ ਇੱਧਰੋਂ ਕੋਈ ਹਮਲਾ ਹੋ ਰਿਹਾ? ਕੀ ਇਹ ਪੰਥਕ ਪਹਿਲੂ ਵੱਖਰੀ ਤਰ੍ਹਾਂ ਤੇ ਉਹ ਘਟਨਾ ਵੱਖਰੀ ਤਰ੍ਹਾਂ? ਸੋ ਇਸ ਲਈ ਇੰਦਰਵੀਰ ਸਿੰਘ ਨਿੱਜਰ ਦਾ ਨਾਮ ਕਾਫੀ ਜ਼ੋਰ ਸ਼ੋਰ ਨਾਲ ਚੱਲ ਰਿਹਾ ਕਿ ਉਹਨਾਂ ਦੇ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਦੁਬਾਰਾ, ਕਿਉਂਕਿ ਅਜੀਤ ਵਾਲੇ ਮਸਲੇ ਚੋਂ ਬੋਲੇ ਸੀ, ਹੁਣ ਅਜੀਤ ਨਾਲ ਮਸਲਾ ਦਿੱਲੀ ਵਾਲਿਆਂ ਦਾ ਵੀ ਸੈੱਟ ਹੋ ਗਿਆ, ਉਲਗੜ ਦਾ ਵੀ ਸੈੱਟ ਹੋ ਗਿਆ। ਸਹੀ ਗੱਲ ਹੈ, ਬਿਲਕੁਲ। ਤੇ ਜੇ ਸੈਟਿੰਗ ਹੋ ਗਈ ਫਿਰ ਇੰਦਰਵੀਰ ਸਿੰਘ ਨਿੱਜਰ ਦੀ ਸੈਟਿੰਗ ਕਿਉਂ ਨਹੀਂ ਹੋਊਗੀ? ਇਸ ਲਈ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਸੈਟਿੰਗ ਦੁਬਾਰਾ ਹੋ ਜੂਗੀ ਤੇ ਦੁਬਾਰਾ ਮੰਤਰੀ ਮੰਡਲ ਚ ਆ ਜਾਣ ਜੀ। ਦੂਸਰਾ, ਪਹਿਲੇ ਦਿਨ ਤੋਂ ਹੀ ਜਿੱਦਣ ਦੀ ਮਾਨ ਸਰਕਾਰ ਆਈ ਆ ਹੋਂਦ ਚ, ਉਸ ਦਿਨ ਤੋਂ ਹੀ ਨਾਮ ਚੱਲ ਰਿਹਾ ਪ੍ਰਿੰਸੀਪਲ ਬੁੱਧਰਾਮ ਹੋਰਾਂ ਦਾ।
ਠੀਕ ਹੈ। ਅੱਜ ਬਣੇ ਕੱਲ ਬਣੇ, ਉਹ 4-5 ਵਾਰ ਉੱਪਰ ਥੱਲੇ ਹੋਲੇ ਮੰਤਰੀ, ਪਰ ਪ੍ਰਿੰਸੀਪਲ ਬੁੱਧਰਾਮ ਹਰ ਵਾਰ ਰਹਿ ਜਾਂਦੇ ਨੇ। ਹੋ ਸਕਦਾ ਇਸ ਵਾਰ ਉਹਨਾਂ ਦਾ ਨਾਮ ਆ ਜਾਵੇ ਜੀ। ਇਸੇ ਤਰ੍ਹਾਂ ਇੱਕ ਨੌਜਵਾਨ ਐਮਐਲਏ ਦਾ ਨਾਮ ਚੱਲਦਾ ਕਿ ਉਹਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਬੀਬੀ ਬਦਲੇ ਬੀਬੀ ਨੂੰ ਬਦਲਿਆ ਜਾ ਸਕਦਾ ਹੈ। ਇਹਨਾਂ ਕਈ ਤਰ੍ਹਾਂ ਦੀਆਂ ਚਰਚਾ ਨੇ। ਕੁਲਦੀਪ ਧਾਲੀਵਾਲ ਨੂੰ ਲੈ ਕੇ ਕਾਫੀ ਚਰਚਾ, ਕੁਝ ਕਹਿੰਦੇ ਕਿ ਉਹਦੀ ਛੁੱਟੀ ਤੈਅ ਹੈ, ਕੁਝ ਕਹਿੰਦੇ ਨਹੀਂ ਉਹਦੀ ਤਰੱਕੀ ਹੋ ਸਕਦੀ ਹੈ ਨਾ। ਕੁਝ ਕਹਿੰਦੇ ਵੀ ਆਹ ਡਾਕਟਰ ਰਵਜੋਤ ਤਾਂ ਹੁਣ ਜਾਊਗਾ, ਤਾਜ਼ਾ ਮਾਮਲਾ। ਕੁਝ ਕਹਿੰਦੇ ਨਹੀਂ, ਪੁਰਾਣਾ ਬਲਕਾਰ ਦਾ ਮਾਮਲਾ, ਉਹ ਵੀ ਜਾਊਗਾ। ਸੋ ਜੇ ਤਾਂ ਦੋ ਲਿਆਉਣੇ ਹੋਈ ਜੀ, ਫਿਰ ਤਾਂ ਸੰਜੀਵ ਅਰੋੜਾ ਦੇ ਨਾਲ ਕਿਸੇ ਨੂੰ ਵੀ ਲਿਆਂਦਾ ਜਾ ਸਕਦਾ। ਜੀ ਜੀ। ਜਿਵੇਂ ਚਰਚਾ ਇਹ ਹੈ ਕਿ 2 ਜਾਂ 3 ਹਟਾਏ ਜਾ ਸਕਦੇ ਨੇ, ਤੇ ਜੇ 2 ਜਾਂ 3 ਹਟਾਏ ਜਾ ਸਕਦੇ ਨੇ ਔਰ ਪੂਰੇ ਕਰਨੇ, ਫਿਰ ਤਾਂ 5 ਬਣਨਗੇ। ਜਾਂ ਫਿਰ ਇਹ ਹੈ ਕਿ ਅਜੇ ਵੀ 1-2 ਪੋਸਟਾਂ ਖਾਲੀ ਰੱਖਣੀਆਂ, ਪੂਰੀ ਕੈਬਨਿਟ ਕਰਨੀ ਹੋਣੀ। ਸੋ ਕਾਫੀ ਕੁਝ ਉਥਲ ਪੁਥਲ ਹੈ। ਆਮ ਆਦਮੀ ਪਾਰਟੀ ਦੇ ਅੰਦਰ ਜਿਹੜੇ ਲੀਡਰ ਦਾ ਨਾਮ ਤੁਰਿਆ ਕਿ ਵੀ ਆਹ ਮੰਤਰੀ ਬਣ ਸਕਦਾ, ਆਹ ਮੰਤਰੀ ਬਣ ਸਕਦਾ, ਉਹ ਖੁਦ ਮੀਡੀਆ ਅਦਾਰਿਆਂ ਨਾਲ ਸੰਪਰਕ ਕਰ ਰਿਹਾ ਕਿ ਮੇਰਾ ਨਾਂ ਨਾ ਬੋਲ ਦਿਓ, ਜੇ ਨਾ ਤੁਸੀਂ ਲੈਤਾ ਫਿਰ ਸ਼ਾਇਦ ਮੈਂ ਨਾ ਬਣਾ। ਠੀਕ ਹੈ। ਅੱਛਾ। ਦੂਸਰੇ ਪਾਸੇ ਇਹਨਾਂ ਦੇ ਮੰਤਰੀ ਜਿਹੜੇ ਅੱਜ ਕੈਬਨਿਟ ਦੇ ਵਿੱਚ ਹੈਗੇ ਨੇ, ਜੇ 26 ਜੂਨ ਨੂੰ ਬੈਠਕ ਹੁੰਦੀ ਹੈ ਤਾਂ ਨਹੀਂ ਅਜੇ ਕੁਝ ਹੁੰਦਾ ਤਾਂ ਹੀ ਬੈਠਣਗੇ, ਜੇ ਨਵਾਂ ਕੁਝ ਹੋ ਗਿਆ ਤਾਂ ਨਵੇਂ ਬੈਠਣਗੇ। ਜਿਹੜੇ ਮੌਜੂਦਾ ਮੰਤਰੀ ਹੈਗੇ ਨੇ ਉਹਨਾਂ ਚੋਂ 3-4 ਤਾਂ ਫੋਨ ਕਰਕੇ ਖੁਦ ਪੁੱਛੀ ਜਾਂਦੇ ਨੇ ਕਿ ਯਾਰ ਮਾੜਾ ਮੋਟਾ ਪਤਾ ਕਰਕੇ ਦੱਸਿਓ ਕਿ ਮੇਰਾ ਨਾਂ ਤਾਂ ਨਹੀਂ ਹਟਾਉਣ ਵਾਲਿਆਂ ਚ ਜੀ। ਅੱਛਾ। ਸੋ ਇਸ ਲਈ ਇੱਥੇ ਨਾ, ਜਿਵੇਂ ਬਾਦਲਾਂ ਬਾਰੇ ਕਿਹਾ ਜਾਂਦਾ ਕਿ ਖੀਸਿਆਂ ਚੋਂ ਜਥੇਦਾਰੀਆਂ ਨਿਕਲਦੀਆਂ ਸੀ, ਪ੍ਰਧਾਨਗੀਆਂ ਨਿਕਲਦੀਆਂ ਸੀ ਪਰਚੀਆਂ ਚੋਂ, ਉਵੇਂ ਹੁਣ ਇੱਥੇ ਦਿੱਲੀ ਤੋਂ WhatsApp ਦੇ ਸੁਨੇਹੇ ਰਾਹੀਂ ਮੰਤਰੀ ਮੰਡਲ ਦੇ ਨਾਂ ਨਿਕਲਦੇ ਨੇ। ਸਹੀ ਗੱਲ। ਤੋ ਪਤਾ ਮੁਖੀ ਨੂੰ ਵੀ ਨਹੀਂ, ਸਾਡੇ ਵਾਲੇ ਨੂੰ, ਭਗਵੰਤ ਮਾਨ ਨੂੰ ਵੀ। ਉਹਦੇ ਕੋਲ ਜਿਹੜਾ ਸੁਨੇਹਾ ਆਊਗਾ ਉਹਨੇ ਪੜ੍ਹ ਦੇਣਾ, ਕਿਆ ਨਾਂ ਨੇ ਜੀ, ਆਜੋ ਸਵੇਰ ਨੂੰ ਨਵੇਂ ਕੱਪੜੇ ਪਾ ਕੇ ਰਿਸ਼ਤੇਦਾਰਾਂ ਨੂੰ ਲੈ ਕੇ। ਸਹੀ ਹੈ। ਤੋ ਇਸ ਤਰੀਕੇ ਨਾਲ ਪੰਜਾਬ ਕੈਬਨਿਟ ਦਾ ਵਿਸਤਾਰ ਤੈਅ ਹੈ ਜੀ। ਔਰ ਉਹ ਮੰਨਿਆ ਜਾ ਰਿਹਾ ਕਿ 26 ਜੂਨ ਨੂੰ ਵੀ ਹੋ ਸਕਦਾ, ਕਿਉਂਕਿ ਸੰਜੀਵ ਅਰੋੜਾ ਨੇ ਜੇ ਕਰਨਾ ਹੀ ਆ ਉਸੇ ਦਿਨ, ਤਾਂ ਉਸੇ ਦਿਨ ਸਵੇਰੇ ਮਤਲਬ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਦੇ ਚੈਂਬਰ 'ਚ ਜਾ ਕੇ ਉਹਨਾਂ ਨੂੰ ਸਹੁੰ ਚੁਕਾ ਦੇਣਗੇ ਐਮਐਲਏ ਦੀ। ਉਸ ਤੋਂ ਬਾਅਦ ਗੱਡੀਆਂ ਦਾ ਕਾਫਲਾ ਰਾਜਪਾਲ ਕੋਲ ਵੀ ਉਸੇ ਸਮੇਂ ਜਾ ਸਕਦਾ, ਮੁੱਖ ਮੰਤਰੀ ਸਾਹਿਬ ਵੀ ਨਾਲ ਚਲੇ ਜਾਣਗੇ, ਮਨੀਸ਼ ਸਿਸੋਦੀਆ ਜਾਂ ਕੇਜਰੀਵਾਲ ਤੋਂ ਵੀ ਕੋਈ ਆ ਜਾਊਗਾ। ਸਹੁੰ ਚੁਕਾ ਕੇ ਉਸ ਤੋਂ ਬਾਅਦ ਕੈਬਨਿਟ ਦੀ ਬੈਠਕ 'ਚ ਬਾਅਦ ਦੁਪਹਿਰ ਹਿੱਸਾ ਵੀ ਲੈ ਸਕਦੇ ਨੇ ਜੇ ਉਸੇ ਦਿਨ ਕਰਨਾ ਹੋਇਆ ਸਾਰਾ ਕੁਝ। ਤੇ ਇਸ ਤੋਰੇ ਫੇਰੇ ਦੇ ਵਿੱਚ ਇੱਧਰੋਂ ਉੱਧਰ ਨੂੰ, ਉੱਧਰੋਂ ਇੱਧਰ ਨੂੰ ਆਉਂਦੇ ਜਾਂਦੇ ਰਾਹ 'ਚ ਰਾਜ ਸਭਾ ਦੀ ਅਸਤੀਫੇ ਵਾਲੀ ਚਿੱਠੀ ਵੀ ਫੜਾ ਦੇਣਗੇ ਇਹਨਾਂ ਨੂੰ, ਕਹ ਲਓ ਜੀ ਆ ਮੇਰਾ ਅਸਤੀਫਾ। ਸੋ ਇਸ ਲਈ ਹੋ ਸਕਦਾ ਇੱਕੋ ਦਿਨ 'ਚ ਸਾਰੀ ਪ੍ਰਕਿਰਿਆ ਹੋਵੇ, ਤੇ ਹੋ ਸਕਦਾ 26 ਦੇ ਵਿੱਚ 26 ਜੂਨ ਨੂੰ ਜੇ ਪੁਰਾਣੀ ਕੈਬਨਿਟ ਨਾਲ ਹੁੰਦੀ ਆ ਤੇ ਹੋ ਸਕਦਾ ਫਿਰ ਉਹਨਾਂ ਚੋਂ 3-4 ਨੂੰ ਉੱਥੇ 2-2 ਬਿਸਕੁਟ ਤੇ ਇੱਕ ਬੇਸਣ ਤੇ ਸਮੋਸਾ ਵੱਧ ਆ ਜਾਵੇ ਉੱਥੇ ਅੰਦਰ ਬੈਠਿਆਂ ਨੂੰ ਕਿ ਲਓ ਭਾਈ ਤੁਹਾਡੀ ਵਿਦਾਇਗੀ ਪਾਰਟੀ ਹੋ ਗਈ, ਤੁਸੀਂ ਆ ਖਾਓ ਤੇ ਅਗਲੀ ਵਾਰ ਤੁਹਾਡੀ ਛੁੱਟੀ ਹੈ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਣਾ ਤੈਅ ਹੈ ਜੀ। 2-4 ਦਿਨਾਂ ਦੇ ਅੰਦਰ ਹੀ ਇਹ ਗੱਲ ਤਾਂ ਹੁਣ ਖੁਦ ਮੁੱਖ ਮੰਤਰੀ ਕਹਿ ਚੁੱਕੇ ਨੇ, ਆਪਾਂ ਕਾਫੀ ਹਫ਼ਤਾ ਖੰਡ ਤੋਂ ਕਹਿੰਦੇ ਆ ਰਹੇ ਸੀ। ਜੀ ਬਿਲਕੁਲ। ਨਾਲੇ ਤੁਸੀਂ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ ਹੈ ਵੀ ਉਹਨਾਂ ਨੇ ਤਾਂ ਉਹ ਲਿਸਟ ਪੜ੍ਹ ਦੇਣੀ ਹੈ, ਫਰਲਾ ਜਿਹੜਾ ਆ ਗਿਆ ਉਹ ਦੱਸ ਦੇਣਾ ਉਹਨਾਂ ਨੂੰ। ਤਾਂ ਜਿੱਦੇ ਇਹਨਾਂ ਦੀ ਮੀਡੀਆ ਟੀਮ ਤੋਂ ਕਈ ਲੋਕਾਂ ਨੂੰ ਛੁੱਟੀ ਕੀਤੀ ਗਈ ਸੀ ਉਹਦੇ ਵੀ ਨਹੀਂ ਪਤਾ ਸੀਗਾ, ਉਹ ਕਹਿੰਦੇ ਮੈਂ ਪਤਾ ਕਰ ਲੈਣਾ। ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਛੁੱਟੀ ਹੋ ਚੁੱਕੀ ਹੈ। ਦੂਜੀ ਗੱਲ, ਜੇ ਜਿਹੜੇ ਲੁਧਿਆਣਾ ਤੋਂ ਜਿੱਤੇ ਨੇ ਆਪਣੇ ਇਹਨਾਂ ਦੇ ਸੰਜੀਵ ਅਰੋੜਾ, ਜੇਕਰ ਹਾਂਜੀ ਬਿਲਕੁਲ, ਤੇ ਜੇਕਰ ਉਹਨਾਂ ਨੂੰ ਬਣਾਇਆ ਜਾਂਦਾ ਕੈਬਨਿਟ ਮੰਤਰੀ, ਉਹਨਾਂ ਕੋਲੇ ਚੰਗਾ ਐਕਸਪੀਰੀਅੰਸ ਹੋ ਗਿਆ, ਕਿਉਂਕਿ ਉਹ ਤਾਂ ਕੈਬਨਿਟ ਬੈਠਕਾਂ ਦੇ ਵਿੱਚ ਪਹਿਲਾਂ ਵੀ ਬਹਿੰਦੇ ਰਹੇ ਸ਼ਰਮਾ ਜੀ, ਜਦੋਂ ਕੁਛ ਵੀ ਨਹੀਂ ਹੁੰਦੇ ਸੀਗੇ, ਉਹ ਤਾਂ ਐਮਐਲਏ ਵੀ ਨਹੀਂ ਬਣੇ ਸੀਗੇ। ਅਗਲੀ ਗੱਲ ਕਰੀਏ ਇਹਨਾਂ ਦੀ, ਕੋਈ ਆਮ ਆਦਮੀ ਪਾਰਟੀ ਨੂੰ ਜਦੋਂ ਵਿਧਾਇਕਾਂ ਨੂੰ, ਅਹੁਦੇਦਾਰਾਂ ਨੂੰ ਦਿੱਲੀ ਸੱਦਿਆ ਜਾਂਦਾ ਸੀਗਾ, ਤੇ ਆਪਾਂ ਚਰਚਾ ਵੀ ਕਰਦੇ ਰਹੇ ਹਾਂ ਵੀ ਇੰਨਾ ਲਾਮ ਲਸ਼ਕਰ ਇੱਕ ਬੰਦੇ ਖਾਤਰ ਉੱਥੇ ਜਾਂਦਾ, ਮੰਤਰੀ ਜਾਂਦੇ ਨੇ, ਉਹਨਾਂ ਦਾ ਅਮਲਾ ਜਾਂਦਾ, ਗੱਡੀਆਂ ਜਾਂਦੀਆਂ, ਸਾਰਾ ਕੁਝ ਤੇਲ ਫੂਕ ਕੇ ਜਾਂਦੇ ਨੇ, ਜਦ ਕਿ ਉਹਦੇ ਆਉਣ ਜਾਣ ਦੇ ਲਈ ਚੌਪਰ ਦੀ ਸੁਵਿਧਾ, ਹੈਲੀਕਾਪਟਰ ਦੀ ਸੁਵਿਧਾ। ਚਲੋ ਅੱਗੇ ਤਾਂ ਫਾਈਲਾਂ ਲੈ ਕੇ ਜਾਂਦੇ ਸੀ, ਪਰਫਾਰਮੈਂਸ ਦੱਸਣ ਜਾਂਦੇ ਸੀ ਜਾਂ ਮੀਟਿੰਗਾਂ 'ਚ ਜਾਂਦੇ ਸੀ। ਹੁਣ ਤਾਂ ਕਹਿੰਦੇ ਇਹਨਾਂ ਨੂੰ ਇੱਥੇ ਜਿੱਤ ਦੇ ਜਸ਼ਨ ਵੀ ਮਨਾਉਣ ਦੀ ਇੱਥੇ ਆਗਿਆ ਨਹੀਂ, ਉਹ ਵੀ ਦਿੱਲੀ ਜਾ ਕੇ ਮਨਾਉਣਗੇ। ਪਰ ਇਹਦੇ ਵਿੱਚ ਖਾਸ ਗੱਲ ਇਹ ਹੈ ਵੀ ਜਿਹੜਾ ਖਜ਼ਾਨਾ ਲੱਗਣਾ ਉਹ ਪੰਜਾਬ ਦਾ ਹੀ ਲੱਗਣਾ ਜੀ। ਦੇਖੋ ਪ੍ਰਵੀਨ ਜੀ, ਜਿੱਥੇ ਤੱਕ ਪੰਜਾਬ ਦੇ ਖਜ਼ਾਨੇ ਦੀ ਗੱਲ ਹੈ ਤਾਂ ਇਹ ਤਾਂ ਪਹਿਲਾਂ ਵੀ ਲੱਗ ਰਿਹਾ, ਚਾਹੇ ਵੋਟਾਂ ਮੰਗਣ ਜਾਣ, ਚਾਹੇ ਚੋਣ ਪ੍ਰਚਾਰ ਕੇਜਰੀਵਾਲ ਜੀ ਕਰਨ ਜਾਣ, ਚਾਹੇ ਕਿਸੇ ਮੀਟਿੰਗ ਫਾਲੇ ਲਈ ਜਾਣਾ ਹੈ, ਉਹ ਸਾਰਾ ਪੰਜਾਬ ਦਾ ਹੀ ਚੌਕਰ ਹੁੰਦਾ ਤੇ ਪੰਜਾਬ ਦੀ ਉਹ ਜੇਬ ਚੋਂ ਤੇਲ ਲੱਗਦਾ ਜੀ। ਜੀ ਬਿਲਕੁਲ। ਤੇ ਫਿਰ ਚਾਹੇ ਪੰਜਾਬ ਬੁਲਾ ਕੇ ਇਹਨਾਂ ਦੀ ਆਓ ਭਗਤ ਕਰਨੀ ਹੋਵੇ, ਚਾਹੇ ਇਹਨਾਂ ਨੂੰ ਕੋਠੀਆਂ ਦੇਣੀਆਂ ਹੋਣ, ਚਾਹੇ ਇਹਨਾਂ ਦੇ ਫਿਲਿਆਂ ਨੂੰ ਰੱਖ ਕੇ ਤਨਖਾਹਾਂ ਦੇਣੀਆਂ ਹੋਣ, ਸਾਰਾ ਪੰਜਾਬ ਦੇ ਖਜ਼ਾਨੇ ਚੋਂ ਹੈ ਜੀ। ਚਾਹੇ ਉਹ ਕੰਪਨੀਆਂ ਦੇ ਰਾਹੀਂ, ਈਵੈਂਟ ਮੈਨੇਜਮੈਂਟ ਰਾਹੀਂ ਹਰ ਮਹੀਨੇ 'ਚ ਕਦਾ ਕੋਈ ਇਹੋ ਜਿਹਾ ਵੱਡਾ ਪ੍ਰੋਗਰਾਮ ਕਰਨਾ ਹੋਵੇ ਜਿਹਦੇ ਰਾਹੀਂ ਇੱਕ ਨੰਬਰ 'ਚ ਪੈਸਾ ਖਜ਼ਾਨੇ 'ਚੋਂ ਕੱਢ ਕੇ ਉਹਨਾਂ ਨੂੰ ਦਿੱਤਾ ਜਾ ਸਕੇ, ਸੋ ਜੀ ਉਹ ਜਾ ਰਿਹਾ ਪੈਸਾ ਤਾਂ ਹੁਣ ਉਸੇ ਕੜੀ 'ਚ ਮੈਂ ਇਸ ਜਸ਼ਨ ਨੂੰ ਦੇ। ਠੀਕ ਹੈ। ਦੇਖੋ 24 ਤਰੀਕ ਲੰਘੇ ਕੱਲ, ਮਤਲਬ
ਭਾਰਤ ਦੇ ਵਿੱਚ ਸਾਡੇ ਅੱਜ 25 ਤਰੀਕ ਦੀ ਸਵੇਰ ਹੋ ਗਈ ਹੈ। ਹਾਂਜੀ ਸੋ 24 ਤਰੀਕ ਲੰਘੇ ਕੱਲ ਜਸ਼ਨ ਸੀਗਾ ਜੀ ਲੁਧਿਆਣੇ ਦੇ ਵਿੱਚ, ਠੀਕ ਆ ਤੇ ਜੀ ਰੋਡ ਸ਼ੋਅ ਕੱਢਿਆ ਭਗਵੰਤ ਮਾਨ ਜੀ ਨੇ, ਸੰਜੀਵ ਅਰੋੜਾ ਜੀ ਨੇ, ਮਤਲਬ ਇੰਨਾ ਕਹਿ ਕੇ ਨਹੀਂ ਸਰ ਸਕਦਾ, ਮਨੀਸ਼ ਸਿਸੋਦੀਆ ਨਾਲ ਸੀ। ਨਾਲ ਸੀਗੇ ਸੋ ਸਹੀ ਇਸ ਲਈ ਦਿੱਲੀ ਵਾਲੇ ਤਾਂ ਨਾਲੇ ਰਹਿੰਦੇ ਨੇ ਹਨਾ। ਸੋ ਮਨੀਸ਼ ਸਿਸੋਦੀਆ, ਸੰਜੀਵ ਅਰੋੜਾ ਤੇ ਭਗਵੰਤ ਮਾਨ ਉਹਨਾਂ ਨੇ ਕੱਲ ਜਿੱਤ ਦਾ ਜਸ਼ਨ ਮਨਾਇਆ ਲੁਧਿਆਣੇ 'ਚ, ਤੇ ਅੱਜ ਉਹ ਜਸ਼ਨ ਵਾਲਾ ਕਾਫਲਾ ਪਹੁੰਚਣਾ ਦਿੱਲੀ ਜੀ। ਅੱਜ ਦਿੱਲੀ ਦੇ ਵਿੱਚ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਆਜੋ ਆਪਾਂ ਦਿੱਲੀ ਜਿੱਤ ਦਾ ਜਸ਼ਨ ਮਨਾਉਣਾ ਹੈ, ਗੁਜਰਾਤ 'ਚ ਵੀ ਆਪਾਂ ਜਿੱਤੇ ਆ ਤੇ ਲੁਧਿਆਣਾ 'ਚ ਵੀ ਆਪਾਂ ਜਿੱਤੇ ਆ, ਇਸ ਲਈ ਆਪਾਂ ਦੋਹਾਂ ਦਾ ਜਸ਼ਨ ਦਿੱਲੀ ਮਨਾਉਣਾ। ਠੀਕ ਆ। ਪਹਿਲੀ ਗੱਲ ਤਾਂ ਇਹ ਹੈ ਕਿ ਜਿਮਨੀ ਚੋਣ ਸੀ, ਗੁਜਰਾਤ ਜਿੱਤਣ ਨਾਲ ਤੁਸੀਂ ਸਰਕਾਰ ਨਹੀਂ ਡੇਗ ਲਈ ਉੱਥੇ ਉਹਨਾਂ ਦੀ, ਸਹੀ ਸਹੀ ਬਿਲਕੁਲ ਸਹੀ ਹੈ, ਠੀਕ ਹੈ। ਪੰਜਾਬ ਜਿੱਤਣ ਨਾਲ ਤੁਹਾਡੀ ਸਰਕਾਰ ਬਚ ਨਹੀਂ ਗਈ, ਕੋਈ ਅਸਰ ਹੀ ਨਹੀਂ ਜਦੋਂ ਇਸ ਜਿੱਤ ਦਾ। ਔਰ ਇਹ ਤੋਂ ਵੀ ਵੱਡੀ ਗੱਲ, ਇਹ ਦੋਨੇ ਸੀਟਾਂ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਕੋਲ ਸੀ ਜੀ, ਤੇ ਜੇ ਦੁਬਾਰਾ ਆਮ ਆਦਮੀ ਪਾਰਟੀ ਜਿੱਤੀ ਹੈ ਫਿਰ ਇਹ 'ਚ ਨਵੀਂ ਕੀ ਗੱਲ ਹੋ ਗਈ ਕਿ ਐਡੇ ਬੜੇ ਜਸ਼ਨਾਂ ਦੇ ਸਮਾਗਮ ਹੋਣ। ਸਹੀ ਗੱਲ ਹੈ ਬਿਲਕੁਲ। ਫਿਰ ਲੁਧਿਆਣੇ ਦੇ ਵਿੱਚ ਤੁਹਾਡੇ ਐਮਐਲਏ ਦੀ ਮੌਤ ਹੋਣ ਕਰਕੇ ਇਹ ਚੋਣ ਹੋਈ ਹੈ, ਤੇ ਤੁਸੀਂ ਉਸ ਪਹਿਲੂ ਤੋਂ ਜਿੱਤ ਤੋਂ ਬਾਅਦ ਇੰਨੇ ਜਸ਼ਨਾਂ ਦੀ ਕੀ ਲੋੜ ਹੈ? ਤੁਸੀਂ ਕਹੋਗੇ ਧੰਨਵਾਦ ਲੋਕਾਂ ਦਾ ਜਿਨ੍ਹਾਂ ਨੇ ਉਸ ਘਟਨਾ ਤੋਂ ਬਾਅਦ ਵੀ ਸਾਡਾ ਸਾਥ ਦਿੱਤਾ ਤੇ ਅਸੀਂ ਵਿਕਾਸ ਕਰਾਂਗੇ, ਜਿਵੇਂ ਕਹਿ ਰਹੇ ਨੇ ਤੂਫਾਨ ਆ ਜਾਊਗਾ ਜੀ, ਹੁਣ ਤੇਜ਼ ਹਨੇਰੀ ਚੱਲੂ, ਰਾਕਟ ਮੰਗ ਹੋਊਗਾ, ਚਲੋ। ਪਰ ਅਗਲੇ ਕਹਿੰਦੇ ਵੀ ਜਿੱਤ ਹੈ ਤੇ ਜਿੱਤ ਦਾ ਜਸ਼ਨ ਨਾ ਮਨਾਇਆ ਫਾਇਦਾ ਕੀ? ਅਸਲ ਦੇ ਵਿੱਚ ਤਾਂ ਪੰਜਾਬ ਵਾਲੇ ਮਾਮਲੇ 'ਚ ਤਾਂ ਇਹ ਵੀ ਹੈ ਨਾ ਕਿ ਇਹਨੂੰ 227 ਦਾ ਸਹੀ ਮਹਿਲ ਮੰਨਿਆ ਜਾਂਦਾ। ਸਹੀ ਗੱਲ। ਫਿਰ ਅਗਲੇ ਜਿੱਤ ਦਾ ਜਸ਼ਨ ਮਨਾਉਣ ਦਾ ਹੱਕ ਹੈ ਭਾਈ, ਪਰ ਸਵਾਲ ਤਾਂ ਇਹ ਹੈ ਕਿ ਜੇ ਦਿੱਲੀ ਦੇ ਵਿੱਚ ਜਸ਼ਨ ਮਨਾਉਣਾ ਹੈ, ਇਹਨਾਂ ਦੀ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨੇ ਮਨਾਉਣਾ ਹੈ, ਗੁਜਰਾਤ ਤੋਂ ਲੈ ਕੇ ਪੰਜਾਬ ਤੱਕ ਦੀ, ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਦੀ ਸੀਟ ਦੀ ਜਿੱਤ ਦਾ ਜਸ਼ਨ ਮਨਾਉਣਾ ਹੈ, ਫਿਰ ਵੀ ਪਾਰਟੀ ਆਪਣੇ ਘਰੇ ਮਨਾਵੇ, ਆਪਣੇ ਦਫ਼ਤਰ 'ਚ ਮਨਾਵੇ। ਕੇਜਰੀਵਾਲ ਆਪਣੇ ਘਰੇ ਸੱਦ ਲੈਣ, ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਸੱਦ ਲੈਣ, ਜੇ ਛੋਟਾ ਪੈਂਦਾ ਕੋਈ ਪੈਲਸ ਪੁਲਸ, ਕੋਈ ਹਾਲ ਹੂਲ, ਕੋਈ ਹੋਟਲ ਬੁੱਕ ਕਰਾ ਲੈਣ। ਕਪੂਰਥਲਾ ਹਾਊਸ ਕਿਉਂ? ਦਿੱਲੀ ਦਾ ਕਪੂਰਥਲਾ ਹਾਊਸ ਪੰਜਾਬ ਦੇ ਮੁੱਖ ਮੰਤਰੀ ਦਾ ਰਹਿਸ਼ੀ ਠਿਕਾਣਾ, ਠੀਕ ਆ। ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤੁਸੀਂ ਮੁੱਖ ਮੰਤਰੀ ਦਾ ਮੰਜਾ, ਉਹਦੇ ਟੱਬਰ ਦਾ ਮੰਜਾ ਇੱਕ ਕਮਰੇ 'ਚ ਕਰਕੇ ਬਾਕੀ ਸਾਰਾ ਕਮਰਾ ਤੁਸੀਂ ਆਪਣੇ ਦਫ਼ਤਰਾਂ ਲਈ ਵਰਤਿਆ, ਤੁਸੀਂ ਆਪਣੀਆਂ ਲੋੜਾਂ ਅਨੁਸਾਰ ਵਰਤਿਆ ਜੀ। ਇੱਥੋਂ ਤੱਕ ਛੱਡੋ, ਜੇ ਪੰਜਾਬ ਦਾ ਇਹ ਕਪੂਰਥਲਾ ਹਾਊਸ ਦਿੱਲੀ ਵਾਲਾ ਵਿਆਹ ਦੀਆਂ ਰਿਸੈਪਸ਼ਨ ਪਾਰਟੀਆਂ ਲਈ, ਵਿਆਹਾਂ ਲਈ, ਆਪਣਿਆਂ ਲਈ ਵਰਤਿਆ ਜਾ ਸਕਦਾ, ਫਿਰ ਅਗਲੇ ਕਹਿੰਦੇ ਜਸ਼ਨ ਲਈ ਵੀ ਤਾਂ ਫਿਰ ਪਾਰਟੀ ਦਾ ਜਸ਼ਨ ਹੈ, ਤੇ ਫਿਰ ਪੈਸਾ ਕਿਹਦਾ ਲੱਗੂਗਾ ਜੀ? ਕੋਟੇ ਕਿਹਦੇ 'ਚ ਜਾਣਾ ਸਾਰਾ ਖਰਚਾ ਪਾਣੀ ਵਾਲਾ ਇਹ? ਸਹੀ ਗੱਲ। ਸੋ ਇਸ ਲਈ ਤੁਹਾਡੀ ਪਾਰਟੀ ਦੇ ਜਿੱਤ ਜਸ਼ਨ ਵੀ ਪੰਜਾਬ ਦੀ ਜੇਬ 'ਚੋਂ, ਤੁਹਾਡੀ ਪਾਰਟੀ ਦਾ ਚੋਣ ਪ੍ਰਚਾਰ ਵੀ ਪੰਜਾਬ ਦੀ ਜੇਬ 'ਚੋਂ, ਤੁਹਾਡੇ ਪਾਰਟੀ ਦੇ ਇਸ਼ਤਿਹਾਰ ਵੀ ਭਗਵੰਤ ਮਾਨ ਦੀ ਫੋਟੋ ਲਾ ਕੇ ਪੰਜਾਬ ਦੇ ਖਾਤੇ 'ਚੋਂ, ਤੇ ਪੰਜਾਬ ਦਾ ਚੌਪਰ ਵੀ ਭਗਵੰਤ ਮਾਨ ਨੂੰ ਨਾਲ ਬਿਠਾ ਕੇ ਪੰਜਾਬ ਦੇ ਖਾਤੇ 'ਚੋਂ ਲੁੱਟ ਲਓ ਮਿੱਤਰੋ ਜਿੰਨਾ ਲੁੱਟ ਹੁੰਦਾ, ਠੀਕ ਹੈ ਨਾ। ਇਹ ਆਮ ਆਦਮੀ ਪਾਰਟੀ ਦੀਆਂ ਸ਼ਕਤੀਆਂ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਕਤ, ਆਮ ਆਦਮੀ ਪਾਰਟੀ ਦੀ ਰਣਨੀਤੀ ਨਹੀਂ ਜਿੱਤੀ ਲੁਧਿਆਣੇ 'ਚ, ਇਹ ਅਕਾਲੀ, ਬੀਜੇਪੀ, ਕਾਂਗਰਸੀ ਤੇ ਹੋਰ ਲੀਡਰਸ਼ਿਪ, ਹੋਰ ਪਾਰਟੀਆਂ ਦੀ ਨਲਾਇਕੀ ਦੀ ਵੀ ਜਿੱਤ ਹੈ। ਹਾਂਜੀ, ਤੇ ਜੇ ਉਹ ਜੰਜਦੇ ਹੁੰਦੇ ਤਾਂ ਅੱਜ ਇਹ ਧਿਰਨਾਜਮ ਨਹੀਂ ਹੁੰਦੀ। ਸੋ ਇਸ ਲਈ ਇਹ ਸਾਰੇ ਇੱਕੋ ਸਾਰ ਨੇ ਜੀ, ਤੇ ਉਹਦਾ ਫਿਰ ਅਸੀਂ ਹੁਣ ਭੁਗਤ ਤਾਂ ਭੋਗਾਂਗੇ ਹੀ ਨਾ, ਜੋ ਪੰਜਾਬ ਭੋਗ ਰਿਹਾ ਤਾਂ। ਹਾਂਜੀ ਬਿਲਕੁਲ, ਜਦੋਂ ਵਿਆਹਾਂ ਦੀਆਂ ਰਿਸੈਪਸ਼ਨ ਪਾਰਟੀਆਂ ਉੱਥੇ ਹੋ ਸਕਦੀਆਂ ਨੇ, ਫਿਰ ਜਿੱਤ ਜਸ਼ਨਾਂ ਤੇ ਵੀ ਕਿਹੜੇ ਲੋਕਾਂ ਨੇ ਕਿੰਤੂ ਕਰਨਾ ਜਿਹੜੇ ਵਿਆਹ ਦੀਆਂ ਪਾਰਟੀਆਂ ਤੇ ਨਹੀਂ ਬੋਲੇ। ਸੋ ਇਹ ਦੇਖੋ ਤੁਸੀਂ, ਮਸਲਾ ਬੜਾ ਗੁੰਝਲਦਾਰ ਆ। ਇਹ ਇਕੱਲੀ ਸੀਐਮ ਦੀ ਰਿਹਾਇਸ਼ ਦਾ ਵਰਤਣ ਦਾ ਮਾਮਲਾ ਨਹੀਂਗਾ। ਸੀਐਮ ਉੱਥੇ ਜਾ ਕੇ ਰੁਕਦੇ ਨੇ ਜਾਂ ਪੰਜਾਬ ਦੇ ਇੱਕ ਤਰੀਕੇ ਨਾਲ ਅਖਤਿਆਰ ਉੱਤੇ ਹਮਲੇ ਦੇ ਵਜੋਂ ਵੀ ਉਹ ਚੀਜ਼ ਦੇਖੀ ਜਾਣੀ ਚਾਹੀਦੀ ਹੈ ਵੀ ਸਾਡਾ ਸੀਐਮ ਉੱਥੇ ਆਪਦਾ ਘਰ ਵੀ ਨਹੀਂ ਵਰਤ ਸਕਦਾ ਸਹੀ ਤਰੀਕੇ ਦੇ ਨਾਲ ਜੀ। ਅਕਾਲੀ ਭਾਜਪਾ ਗੱਠਜੋੜ ਦੀਆਂ ਆਪਾਂ ਖਾਸੀਆਂ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਹਾਂ ਕਈ ਦਿਨਾਂ ਤੋਂ, ਜਦੋਂ ਜਿਵੇਂ ਆਪਾਂ ਵੋਟਾਂ ਦੀ ਗਿਣਤੀ ਦੇ ਵਿੱਚ ਵੀ ਇਹ ਆંકੜਾ ਜਿਹੜਾ ਸ਼ੇਅਰ ਕੀਤਾ ਸੀਗਾ ਤੀਜੇ ਚੌਥੇ ਨੰਬਰ ਵਾਲਾ, ਤੇ ਹੁਣ ਜਾਖੜ ਨੇ ਕੋਈ ਰਾਜ਼ ਖੋਲਿਆ ਜੀ ਇਸ ਗੱਠਜੋੜ ਨੂੰ ਲੈ ਕੇ। ਦੇਖੋ, ਸੁਨੀਲ ਜਾਖੜ ਪਹਿਲਾਂ ਤਾਂ ਆਪਣਾ ਅਸਤੀਫਾ ਦੇ ਫਿਰਦੇ ਨੇ। ਹਾਂਜੀ, ਉਹ ਅਸਤੀਫੇ ਨੂੰ ਨਾ ਹਾਂ ਨਾ ਅਜੇ ਤੱਕ ਕੁਛ ਨਹੀਂ ਹੈ ਨਾ। ਉਹ ਚੁੱਪ ਵੀ ਕਰਕੇ ਬਹਿ ਗਏ ਸੀ, ਫਿਰ ਪੰਚਕੂਲੇ ਸਮਾਗਮ ਨਰਿੰਦਰ ਮੋਦੀ ਨੂੰ ਮਿਲੇ ਵੀ, ਫਿਰ ਭਤੀਜੇ ਦੇ ਵਿਆਹ 'ਚ ਵੀ ਸਾਰਾ ਕੁਛ ਆਏ ਗਏ, ਤੇ ਆਖਰ ਮੁੜ ਕੇ ਤੁਰ ਪਈ ਗੱਲ ਕਿ ਸੁਨੀਲ ਜਾਖੜ ਸਰਗਰਮ ਹੋ। ਠੀਕ ਹੈ, ਤੇ ਫਿਰ ਸਰਗਰਮੀ ਐਸੀ ਫੜੀ ਕਿ ਚਾਹੇ ਢੀਂਡਸਿਆਂ ਦੇ ਮਤਲਬ ਕਿ ਵੱਡੇ ਢੀਂਡਸਾ ਸਾਹਿਬ ਜਦੋਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਅੰਤਮ ਅਰਦਾਸ ਸੀ ਉੱਥੇ ਉਹਨਾਂ ਦਾ ਬਿਆਨੀਆ ਹੋਵੇ, ਤੇ ਚਾਹੇ ਲੁਧਿਆਣਾ ਜਿਮਨੀ ਚੋਣ ਸਰਗਰਮੀ ਹੋਵੇ ਹੈ ਨਾ, ਚਾਹੇ ਸੱਤਾਧਾਰੀ ਧਿਰ ਤੇ ਹਮਲਿਆਂ ਲਈ ਲਗਾਤਾਰ ਪ੍ਰੈਸ ਕਾਨਫਰੰਸਾਂ ਹੋਣ। ਸੋ ਸੁਨੀਲ ਜਾਖੜ ਨੇ ਬਹੁਤ ਐਕਟਿਵ ਵੀ ਪਣਾ ਵੀ ਦਿਖਾਇਆ, ਤੇ
ਹਰ ਥਾਂ ਇਹ ਸੰਕੇਤ ਦੇਣ ਦੀ ਕੋਸ਼ਿਸ਼ ਵੀ ਕੀਤੀ ਕਿ ਬਈ ਪੰਥਕ ਧਿਰ ਪੰਜਾਬ 'ਚ ਮਜ਼ਬੂਤ ਹੋਣੀ ਚਾਹੀਦੀ ਹੈ, ਪੰਥਕ ਧਿਰ ਜਿਉਂਦੀ ਹੋਣੀ ਚਾਹੀਦੀ ਆ, ਖੇਤਰੀ ਪਾਰਟੀ ਦੇ ਨਾਂ ਤੇ ਅਕਾਲੀ ਦਲ ਦਾ ਵਜੂਦ ਕਾਇਮ ਰਹਿਣਾ ਚਾਹੀਦਾ। ਉਹ ਇਹ ਪ੍ਰਗਟਾਵਾ ਕੀ ਪੰਜਾਬ ਦੀ ਪੰਥਕ ਜਮਾਤ ਦੇ ਫਿਕਰ ਚੋਂ ਕਰ ਰਹੇ ਸੀ, ਕੀ ਉਹ ਇਹ ਪ੍ਰਗਟਾਵਾ ਅਕਾਲੀ ਦਲ ਦਾ ਹੀ ਜਾਗਣ ਕਰਕੇ ਕਰ ਰਹੇ ਸੀ, ਜਾਂ ਮੈਂ ਲਗਾਤਾਰ ਇਹ ਗੱਲ ਕਰਦਾ ਹਾਂ ਕਿ ਜਾਂ ਉਹ 2027 ਚ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਕੇ ਇਹ ਹਾਈ ਕਮਾਂਡ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਲਓ ਜੀ ਮੈਂ ਟੁੱਟੀ ਗੰਢ ਫੇਰ ਜੋੜ ਰਿਹਾ ਤੇ ਇਸ ਲਈ ਚਿਹਰਾ ਮੈਨੂੰ ਬਣਾਇਓ, ਹੁਣ ਕਿਤੇ ਬਿੱਟੂ ਕੰਨੀ ਨਾ ਦੇਖਣ ਲੱਗ ਜਾਓ। ਜੀ ਜੀ। ਸੋ ਇਸ ਪ੍ਰਕਿਰਿਆ ਦੇ ਤਹਿਤ ਕੱਲ ਉਹਨਾਂ ਨੇ ਇੱਕ ਨਵਾਂ ਪਹਿਲੂ, ਆਪਾਂ 2 ਦਿਨਾਂ ਦੀ ਗੱਲ ਕਰ ਰਹੇ ਸੀ ਜਦੋਂ ਨਤੀਜੇ ਆਏ ਕਿ ਵੀ ਜੇ 8,8200 ਵੋਟ ਕਾਂਗਰਸ ਮਤਲਬ ਮਾਫ ਕਰਨਾ ਜੇ ਅਕਾਲੀ ਦਲ ਲੈ ਕੇ ਜਾਂਦਾ ਹੈ, ਜੇ 8200 ਵੋਟ ਅਕਾਲੀ ਦਲ ਲੈ ਕੇ ਜਾਂਦਾ ਹੈ ਤੇ 20,000 ਵੋਟ ਭਾਜਪਾ ਲੈ ਕੇ ਜਾਂਦੀ ਹੈ ਤਾਂ 28,000 ਪਲੱਸ ਵੋਟ ਬਣਦੀ ਹੈ ਇਹਨਾਂ ਦੀ। ਸੋ ਜੇ 28,000 ਤੋਂ ਉੱਪਰ ਵੋਟ ਬਣਦੀ ਹੈ ਤਾਂ ਕਾਂਗਰਸ ਦੀ ਵੋਟ ਤਾਂ 24,000 ਨਿਕਲੀ ਹੈ ਤੇ ਇਹ ਦੂਏ ਨੰਬਰ ਤੇ ਆਉਂਦੇ ਨੇ ਫਿਰ। ਤੇ ਜੇ ਦੂਏ ਨੰਬਰ ਲਈ ਗੱਠਜੋੜ ਹੁੰਦਾ, ਹੋ ਸਕਦਾ ਦੂਜੇ ਪਾਸੇ ਕਿੰਨੀਆਂ ਕੁਝ ਵੋਟਾਂ ਹੋਰ ਆ ਜਾਂਦੀਆਂ। ਹਾਂਜੀ। ਤੇ ਇਸ ਲਈ ਇਹ ਮੁਕਾਬਲੇ ਸਿੱਧੇ ਹੁੰਦੇ ਤੇ ਕੁਝ ਵੀ ਨਤੀਜੇ ਵੀ ਬਣ ਸਕਦੇ। ਇਹ ਹਿਸਾਬ ਕਿਤਾਬ ਤਾਂ ਬੀਜੇਪੀ ਔਰ ਕਾਂਗਰਸੀਆਂ ਨੇ ਵੀ ਲਾਇਆ ਹੋਊਗਾ, ਇਹ ਹਿਸਾਬ ਕਿਤਾਬ ਤਾਂ ਉਹਨਾਂ ਨੇ ਜਲੰਧਰ 'ਚ ਵੀ ਲਾਇਆ ਹੋਊਗਾ, ਹੈ ਨਾ। ਇਹ ਤਾਂ ਉਹਨਾਂ ਨੇ ਬਾਕੀ ਜਿਵੇਂ ਚੋਣਾਂ ਦੇ ਸਮੇਂ ਵੀ ਸੋਚਿਆ ਹੋਊਗਾ। ਸੋ ਇਸ ਲਈ ਜੇ ਇਹ ਵਿਚਾਰ ਹੈ ਤਾਂ ਫਿਰ ਇਹਦੇ ਵਿੱਚੋਂ 2027 ਤੱਕ ਜਾਂਦਿਆਂ ਗੱਠਜੋੜ ਦੀ ਦੁਬਾਰਾ ਤਿਆਰੀ ਹੋ ਸਕਦੀ ਹੈ। ਇਹਦੀ ਸੰਭਾਵਨਾਵਾਂ ਆਪਾਂ ਪ੍ਰਗਟਾਉਂਦੇ ਰਹੇ। ਪਰ ਸੁਨੀਲ ਜਾਖੜ ਕਹਿੰਦੇ ਜੀ ਬਿਲਕੁਲ ਗੱਠਜੋੜ ਹੋਵੇਗਾ, ਅਕਾਲੀ ਦਲ ਔਰ ਭਾਜਪਾ ਇਕੱਠਿਆਂ ਹੋ ਸਕਦੀ ਹੈ। ਠੀਕ ਹੈ, ਪਹਿਲਾਂ ਰਿਸ਼ਤਾ ਰਿਹਾ, ਦੁਬਾਰਾ ਰਿਸ਼ਤਾ ਬਣ ਸਕਦਾ, ਪਰ ਉਸੇ ਅਕਾਲੀ ਦਲ ਨਾਲ ਰਿਸ਼ਤਾ ਬਣੇਗਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਹੋਵੇਗਾ। ਉਹ ਅੱਛਾ, ਹੁਣ ਇਹ ਗੱਲ ਸੁਨੀਲ ਜਾਖੜ ਹੋਰਾਂ ਦੀ ਕਹਿਣਾ ਇਹ ਮਾਇਨੇ ਰੱਖ ਸਹੀ ਕਿ ਉਹ ਵੀਰ ਬਾਦਲ ਨੂੰ ਇਹ ਸੁਨੇਹਾ ਦੇ ਰਹੇ ਨੇ ਕਿ ਭਾਈ ਤੁਸੀਂ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਫੈਸਲੇ ਪੂਰੀ ਤਰ੍ਹਾਂ ਅਮਲੀ ਰੂਪ 'ਚ ਨਹੀਂ ਲਿਆਂਦੇ, ਤੁਸੀਂ ਉਸ ਤਰ੍ਹਾਂ ਉਸ ਨੂੰ ਲਾਗੂ ਕਰਕੇ ਆਓ ਫਿਰ। ਜਾਂ ਉਹ ਇਹ ਸੁਨੇਹਾ ਦੇ ਰਹੇ ਨੇ ਕਿ ਬਾਕੀ ਸਭ ਪ੍ਰਵਾਨ, ਸੁਖਬੀਰ ਬਾਦਲ ਹੁਣ ਪ੍ਰਵਾਨ ਨਹੀਂ। ਜਾਂ ਉਹ ਇਹ ਸੁਨੇਹਾ ਦੇ ਰਹੇ ਨੇ ਕਿ ਜੀ ਆ ਜਿਹੜੀ 5 ਮੈਂਬਰੀ ਕਮੇਟੀ ਆ ਹੁਣ ਤਾਂ ਇਸੇ ਨਾਲੇ ਸਾਡਾ ਰਿਸ਼ਤਾ ਜੁੜੂਗਾ, ਕਿਉਂਕਿ ਉਧਰ ਬਾਬਾ ਹਰਨਾਮ ਸਿੰਘ ਧੂਮਾ ਵੀ ਭੂਮਿਕਾ ਨਿਭਾ ਰਹੇ ਨੇ, ਉਹ ਅੱਜ ਕੱਲ੍ਹ ਸੁਖਬੀਰ ਬਾਦਲ ਤੋਂ ਨਾਰਾਜ਼ ਨੇ। ਇੱਧਰ ਢੀਂਡਸੇ ਹੋਰਾਂ ਦੀ ਧਿਰ ਵੀ ਇੱਧਰ ਆ, ਹੈ ਨਾ। ਬਾਕੀ ਕੁਝ ਧਿਰਾਂ ਦਾ ਵੀ ਇੱਧਰ ਜ਼ੋਰ ਜਮਾਇਤ ਚੱਲ ਰਹੀ ਹੈ। ਚੰਦੂ ਮਾਜਰੇ ਹੋਰ ਵੀ ਖਾਸੀਆਂ ਬੈਠਕਾਂ ਦਿੱਲੀ ਬੀਜੇਪੀ ਦੇ ਘਰਾਂ 'ਚ ਵੀ ਕਰਦੇ ਰਹੇ ਨੇ ਤੇ ਇੱਧਰ ਵੀ 5 ਮੈਂਬਰੀ ਕਮੇਟੀ ਦੇ ਲਈ ਭਰਤੀ ਪ੍ਰਕਿਰਿਆ 'ਚ ਵੀ ਰੋਲ ਨਿਭਾ ਰਹੇ ਨੇ। ਸੋ ਕੀ ਇੱਧਰ ਬੀਜੇਪੀ ਦਾ ਪਲੜਾ ਭਾਰੀ ਹੋ ਰਿਹਾ, ਜਾਂ ਉਹਨਾਂ ਨੂੰ ਇਹ ਦੇਖਣ ਲੱਗਾ ਰਾਜਨੀਤਿਕ ਦ੍ਰਿਸ਼ ਦੇ ਵਿੱਚੋਂ ਕਿ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਨਾਲੋਂ 5 ਮੈਂਬਰੀ ਕਮੇਟੀ ਵੱਲੋਂ ਬਣਾਏ ਗਏ ਅਕਾਲੀ ਦਲ ਨੂੰ ਪੰਜਾਬ 'ਚ ਵੱਧ ਮਾਨਤਾ ਮਿਲ ਸਕਦੀ ਹੈ, ਕਿ ਉਹ ਹੁਣ ਇਸ ਭਾਵਨਾਵਾਂ ਉਹਨਾਂ ਨੂੰ ਅਸਾਰ ਨਜ਼ਰ ਆਉਣ ਲੱਗਿਆ। ਕਿਉਂਕਿ 5 ਮੈਂਬਰੀ ਕਮੇਟੀ ਨੇ ਵੀ ਮਹਿਸੂਸ ਤਾਂ ਕੀਤਾ ਹੈ ਪ੍ਰਵੀਨ ਜੀ ਕਿ ਜਿੰਨੀ ਦੇਰ ਹੋਊਗੀ ਉਹਨਾਂ ਨੁਕਸਾਨ ਹੋਊਗਾ। ਹੁਣ ਆਪਾਂ ਜੁਲਾਈ ਦੇ ਵਿੱਚ ਕੰਮ ਫਤਿਹ ਕਰੋ, ਜੁਲਾਈ ਦੇ ਵਿੱਚ ਤੁਹਾਨੂੰ ਆਮ ਇਜਲਾਸ ਹੁੰਦਾ ਨਜ਼ਰ ਆਊਗਾ, ਨਵੀਂ ਟੀਮ ਚੁਣੀ ਜਾਂਦੀ ਨਜ਼ਰ ਆਊਗੀ, ਪ੍ਰਧਾਨ ਵਰਕਿੰਗ ਕਮੇਟੀ ਬਣਦੀ ਨਜ਼ਰ ਆਊਗੀ। ਸੁਖਬੀਰ ਬਾਦਲ ਤਾਂ ਪ੍ਰਧਾਨ ਬਣਨ ਤੋਂ ਬਾਅਦ ਵੀ ਅਜੇ ਤੱਕ ਆਪਣੀ ਕਾਰਜਕਾਰਨੀ ਨਹੀਂ ਬਣਾ ਸਕੇ, ਆਪਣੀ ਵਰਕਿੰਗ ਕਮੇਟੀ ਨਹੀਂ ਬਣਾ ਸਕੇ, ਅਜੇ ਤੱਕ ਆਪਣੀ ਟੀਮ ਨਹੀਂ ਚੁਣ ਸਕੇ। ਸੋ ਇਸ ਲਈ ਉਧਰ ਜੁਲਾਈ ਦੇ ਵਿੱਚ ਇਹ ਕੰਮ ਸਿਰੇ ਚੜ ਜਾਣਾ। ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਸੁਨੀਲ ਜਾਖੜ ਨੇ ਬੀਜੇਪੀ ਦੀ ਰੰਗ ਪਛਾਣ ਲਈ ਹੈ, ਜਾਂ ਬੀਜੇਪੀ ਦੇ ਹਵਾਲੇ ਨਾਲੇ ਬੋਲੇ ਨੇ, ਜਾਂ ਦਿੱਲੀ ਤੋਂ ਕੋਈ ਸੰਕੇਤ ਆਏ ਨੇ ਉਹਨਾਂ ਨੂੰ ਕਿ ਇਸ ਤਰ੍ਹਾਂ ਕਰਕੇ ਦੇਖੋ, ਚੈੱਕ ਕਰਕੇ ਦੇਖੋ ਕਿ ਅਕਾਲੀ ਦਲ 'ਚ ਕੋਈ ਹਿਲਜੁਲ ਹੁੰਦੀ ਹੈ, ਕੋਈ ਇਕੱਠਿਆਂ ਹੋਣ ਦੀ ਕੋਸ਼ਿਸ਼ ਹੁੰਦੀ ਹੈ। ਸੋ ਸੁਖਬੀਰ ਬਾਦਲ ਕੀ ਹੁਣ ਬੀਜੇਪੀ ਦੀ ਪਸੰਦ ਨਹੀਂ ਰਹੇ, ਜਾਂ ਸੁਖਬੀਰ ਬਾਦਲ ਨੂੰ ਹੋਰ ਮਿਹਨਤ ਕਰਕੇ ਥੱਲੇ ਲਾਉਣ ਦੀ ਪ੍ਰਕਿਰਿਆ ਨਾ ਹੋਵੇ, ਦਬਾਅ ਦੀ ਰਾਜਨੀਤੀ ਕਿ ਦੇਖ ਮਿੱਤਰਾ ਛੋਟਾ ਭਾਈ ਬਣ ਕੇ ਆਉਣਾ, ਆ ਜਾ, ਹੈ ਨਾ, ਹੁਣ ਘੱਟ ਸੀਟਾਂ ਤੇਰੇ ਹਿੱਸੇ ਆਉਣਗੀਆਂ ਤਾਂ ਆਉਣਾ, ਆ ਜਾ, ਕਿ ਉਸ ਤਰੀਕੇ ਨਾਲ ਡਰਾਉਣ ਧਮਕਾਉਣ ਦੀ ਮਨਾਉਣ ਦੀ ਕੋਸ਼ਿਸ਼ ਹੈ, ਜਾਂ ਸੱਚਮੁੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਮਾਨਤਾ ਦੇਣ ਵਾਲੇ ਪਾਸੇ ਬੀਜੇਪੀ ਵੱਧ ਰਹੀ ਹੈ। ਇਸ ਨਾਤੇ ਉਹਦੀ ਅੱਖ ਪੰਜਾਬ ਦੇ ਸਿੱਖ ਵੋਟਰਾਂ ਤੇ ਵੀ ਆ, ਸ਼ਹਿਰੀ ਸਿੱਖ ਵੋਟਰਾਂ ਤੇ ਵੀ ਆ, ਤੇ ਜਿਹੜੇ ਅਕਾਲੀ ਦਲ ਨਹੀਂ ਗਏ ਉਹਨਾਂ ਨੂੰ ਇੱਧਰ ਲਿਆਉਣ ਦੀ ਆ। ਇਹ ਕੁਝ ਵੀ ਰਾਜਨੀਤੀ ਦੇ ਵਿੱਚ ਹਰ ਦਾ ਪੇਜ ਹਿਸਾਬ ਲਾ ਕੇ ਕੀਤਾ ਜਾਂਦਾ। ਸੋ ਇਹ ਸੁਨੀਲ ਜਾਖੜ ਜਾਂ ਬੀਜੇਪੀ ਜਾਣਦੀ ਹੋ ਕਿ ਅਸਲੀ ਦਾ ਉਹਨਾਂ ਦਾ ਕੀ ਹੈ, ਪਰ ਉਹਨਾਂ ਨੇ ਇੱਕ ਵੱਡਾ ਰਾਜ ਸਾਹਮਣੇ ਖੋਲ ਦਿੱਤਾ ਕਿ ਅਕਾਲ ਤਖਤ ਸਾਹਿਬ ਤੋਂ ਮਾਨਤਾ ਪ੍ਰਾਪਤ ਹੀ ਅਕਾਲੀ ਦਲ ਨਾਲ ਗੱਠਜੋੜ ਹੋਊਗਾ, ਦੂਜਿਆਂ ਨਾਲ ਨਹੀਂ। ਤੁਸੀਂ ਜਦੋਂ ਖਬਰਾਂ ਕਰਦੇ ਹੁੰਦੇ ਤੇ ਤੁਸੀਂ ਜਦੋਂ ਗੱਲਬਾਤ ਕਰ ਰਹੇ ਸੀ ਨਾ ਇੰਦਰਬੀਰ ਸਿੰਘ ਨਿੱਜਰ ਦੀ ਵਾਪਸੀ ਦੀ, ਤੇ ਉਸ ਤੋਂ ਬਾਅਦ ਤੁਸੀਂ ਉਸ ਗੱਲ ਨੂੰ ਪੰਥਕ ਜਥੇਬੰਦੀ ਦੇ ਹਵਾਲੇ ਦੇ ਨਾਲ ਵੀ ਛੋਇਆ ਸੀਗਾ।
ਹਰਨਾਮ ਸਿੰਘ ਧੂਮਾ ਜਿਹੜੇ ਪਿਛਲੇ ਦਿਨੀ ਅਕਾਲੀ ਦਲ ਦੇ ਨਾਲ ਵਿਟਰੇ ਰਹੇ, ਤੁਸੀਂ ਉਹਨਾਂ ਦੇ ਨਾਲ ਵੀ ਜਦੋਂ ਗੱਲਾਂ ਬਾਤਾਂ ਆਪਾਂ ਕਰ ਰਹੇ ਸੀ ਤਾਂ ਉਸ ਬਾਰੇ ਵੀ ਪੰਥਕ ਹਲਕਿਆਂ ਦੇ ਵਿੱਚ ਕੁਝ ਸਰਗਰਮੀਆਂ ਦਾ ਮਸਲਾ ਜਿਹੜਾ ਉਹ ਛੋਇਆ ਸੀਗਾ। ਲੰਘੇ ਦਿਨਾਂ ਤੋਂ ਆਪਾਂ ਚਰਚਾ ਕਰ ਰਹੇ ਹਾਂ ਵੀ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਆ ਉਹ ਸਿੱਖ ਇਸ਼ੂਜ਼ ਦੇ ਉੱਤੇ ਹੁਣ ਬੋਲਣ ਲੱਗੀ ਆ। ਇਹਨਾਂ ਦਾ ਸਟਾਂਸ ਵੀ ਬਦਲਿਆ ਅੱਗੇ ਨਾਲੋਂ। ਅੱਗੇ ਇਹ ਜਿਹੜੀ ਕੇਂਦਰੀ ਲੀਡਰਸ਼ਿਪ ਹੁੰਦੀ ਸੀ ਉਹਨੂੰ ਟੋਹ ਕਰਦੇ ਸੀ, ਹੁਣ ਇਹ ਕਿਸਾਨੀ ਦੇ ਮਾਮਲੇ ਤੇ ਵੀ ਐਕਟਿਵ ਹੁੰਦੇ ਨੇ। ਜਾਖੜ ਦੇ ਬਿਆਨ ਆਏ ਨੇ ਕਿਸਾਨੀ ਦੇ ਮਾਮਲੇ ਦੇ ਉੱਤੇ। ਸੋ ਇਹ ਤਰੀਕਾਕਾਰ ਕਹਿ ਲਓ ਜਾਂ ਇਹ ਹੱਥਕੰਡਾ ਤਾਂ ਹੈ ਵੀ ਕਿਸੇ ਤਰੀਕੇ ਦੇ ਨਾਲ ਸਿੱਖ ਸੰਸਥਾਵਾਂ ਦੇ ਰਾਹੀਂ ਸਿੱਖ ਮਨਾਂ ਉੱਤੇ ਛਾਈ ਗਏ ਜਾਂ ਕੋਈ ਇਸ ਤਰ੍ਹਾਂ ਦੀ ਸਿੱਖ ਜਮਾਤ ਕੋਈ ਖੜੀ ਹੋਵੇ ਸਿਆਸੀ ਤੌਰ ਤੇ ਜਿਹੜੀ ਪ੍ਰਵਾਨਿਤ ਹੋਵੇ ਸਿੱਖਾਂ ਦੇ ਵਿੱਚ ਵੱਡੇ ਪੱਧਰ ਤੇ, ਜਿਹੜੀ ਅਕਾਲੀ ਦਲ ਦੀ ਸਪੇਸ ਨੂੰ ਢੱਕਦੀ ਹੋਵੇ ਤੇ ਉਹਦੇ ਨਾਲ ਫਿਰ ਆਪਾਂ ਗੱਠਜੋੜ ਕਰ ਲਾਂਗੇ। ਸੋ ਕਵਾਇਦ ਤਾਂ ਚੱਲ ਰਹੀ ਹੈ ਵੱਖ-ਵੱਖ ਥਾਵਾਂ ਤੋਂ, ਵੱਖ-ਵੱਖ ਜ਼ਰੀਆਂ ਤੋਂ ਸਾਰਾ ਕੁਝ ਚੱਲ ਰਿਹਾ, ਉਹ ਆਪਾਂ ਦੇਖਦੇ ਹਾਂ। ਅਗਲੀ ਗੱਲ ਕਰੀਏ ਕਾਂਗਰਸ ਦੇ ਪ੍ਰਧਾਨ ਦੀ। ਕਹਿੰਦੇ ਹੁਣ ਰਾਜਾ ਵੜਿੰਗ ਦੀ ਪ੍ਰਧਾਨਗੀ ਜਾ ਸਕਦੀ ਹੈ ਜੀ, ਖੁੱਸ ਸਕਦੀ ਹੈ। ਦੇਖੋ ਪ੍ਰਧਾਨਗੀ ਤਾਂ ਜਾਊਗੀ ਜੀ, ਇਹ ਤਾਂ ਤੈਅ ਹੈ ਜੀ। ਉਹਦਾ ਕਾਰਨ ਜ਼ਿਮਨੀ ਚੋਣ ਬਣਦੀ ਹੈ, ਉਹਦਾ ਕਾਰਨ ਕਾਂਗਰਸ ਦੀ ਟੁੱਟ ਭੱਜ ਬਣਦੀ ਹੈ ਜੀ, ਉਹਦਾ ਕਾਰਨ 2027 ਦੇ ਵਿੱਚ ਵਿਚੇਰਾ ਪ੍ਰਧਾਨ ਜਿਹੜਾ ਮੁੱਖ ਮੰਤਰੀ ਦਾ ਦਾਅਵੇਦਾਰ ਉਹ ਕਾਰਨ ਬਣਦਾ, ਕਿਉਂਕਿ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਇੱਕ ਵਾਰ ਫੇਰ ਇਹ ਗੱਲ ਚਰਚਾ 'ਚ ਲਿਆਤੀ ਕਾਂਗਰਸ ਦੇ ਲਈ ਕਿ ਤੁਹਾਤੋਂ ਪਾਰਟੀ ਇਕਜੁੱਟ ਨਹੀਂ ਹੋ ਰਹੀ। ਚਾਹੇ ਭੁਪੇਸ਼ ਬਘੇਲ ਲਾਓ ਤੇ ਚਾਹੇ ਨਾ ਲਾਓ, ਚਾਹੇ ਕਿਸੇ ਹੋਰ ਨੂੰ ਭੇਜੋ, ਜਿਹਨੂੰ ਮਰਜ਼ੀ ਭੇਜੋ। ਬਤੌਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਟੀਮ ਨੂੰ ਇਕੱਠਿਆਂ ਦਿਖਾ ਕੇ ਲੁਧਿਆਣਾ ਜ਼ਿਮਨੀ ਚੋਣ 'ਚ ਨਹੀਂ ਉਤਰ ਸਕੇ। ਜੋ ਕਹਿਣ ਕਿ ਆਸ਼ੂ ਨੇ ਦਿੱਲੀ ਕਹਿਤਾ ਸੀਗਾ ਜੀ, ਆਸ਼ੂ ਨੇ ਕਹਿਤਾ ਸੀ ਨੇੜੇ ਨਾ ਆਇਓ, ਤੁਸੀਂ ਨਾ ਆਇਓ, ਫਿਰ ਪ੍ਰਧਾਨ ਵਾਲਾ ਰੋਲ ਤਾਂ ਨਿਭਾਉਂਦਾ। ਸਹੀ ਹੈ। ਉਹ ਇੰਨਾ ਤਾਂ ਹਾਈ ਕਮਾਂਡ ਨੂੰ ਕਹਿੰਦਾ ਜੀ ਕਿ ਫਿਰ ਪ੍ਰਧਾਨਗੀ ਦਾ ਫਾਇਦਾ ਕੀ ਜੇ ਮੈਂ ਉੱਥੇ ਨਾ ਗਿਆ, ਤੇ ਮੈਂ ਤਾਂ ਹੁਣ ਉੱਥੋਂ ਮੈਂਬਰ ਪਾਰਲੀਮੈਂਟ ਵੀ ਹਾਂ। ਤੇ ਇਸ ਲਈ ਦਾ ਮਤਲਬ ਆਸ਼ੂ ਨੇ ਜੇ ਆਪਣੀਆਂ ਸ਼ਰਤਾਂ ਤੇ ਸਾਰਾ ਕੁਝ ਕੀਤਾ ਤੇ ਹੁਣ ਉਹ ਪ੍ਰਵਾਨ ਵੀ ਕਰ ਰਿਹਾ। ਕੀ ਇਹ ਇਕੱਲੀ ਆਸ਼ੂ ਦਾ ਫੈਸਲਾ ਸੀ ਕਿ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਮੇਰੀ ਚੋਣ 'ਚ ਦਿਖਣੇ ਨਹੀਂ ਚਾਹੀਦੇ, ਜੀ ਜੀ, ਜਾਂ ਕਾਂਗਰਸ ਦੇ ਉਸ ਧੜੇ ਦਾ ਜਿਹਨੇ ਕਮਾਂਡ ਸੰਭਾਲੀ ਹੋਈ ਸੀ ਭਾਰਤ ਭੂਸ਼ਣ ਆਸ਼ੂ ਦੀ ਚੋਣ ਦੀ, ਚਰਨਜੀਤ ਚੰਨੀ, ਰਾਣਾ ਗੁਰਜੀਤ, ਪ੍ਰਗਟ ਸਿੰਘ, ਕਿ ਉਹਨਾਂ ਦੀ ਕੀ ਉਹ ਇਹ ਇਕੱਲੀ ਆਸ਼ੂ ਦੀ ਸੀਟ ਨਹੀਂ ਦੇਖ ਰਹੇ ਸੀ, ਉਹ ਆਪਣੀ ਪ੍ਰਧਾਨਗੀ ਵੀ ਨਾਲੇ ਦੇਖ ਰਹੇ ਸੀ ਕਿ ਜੇ ਆਸ਼ੂ ਦੀ ਸੀਟ ਅਸੀਂ ਕਢਾ ਲਈ ਤਾਂ ਸਾਡੇ ਚੋਂ ਹੀ ਕੋਈ ਪ੍ਰਧਾਨ ਬਣੂਗਾ, ਆਪਾਂ ਹੀ ਫਿਰ ਮੁੱਖ ਮੰਤਰੀ ਦੇ ਚਿਹਰੇ ਬਣਾਂਗੇ ਅਗਲੀ ਵਾਰ ਲਈ। ਕੀ ਇਹ ਵੀ ਲੜਾਈ ਲੜੀ ਜਾ ਰਹੀ ਸੀ? ਸੋ ਇਹਦਾ ਮਤਲਬ ਜੇ ਫਿਰ ਚੋਣ ਤੁਸੀਂ ਨਹੀਂ ਜਿੱਤੇ ਫਿਰ ਤੁਹਾਡੀ ਤਾਂ ਪ੍ਰਧਾਨਗੀ ਨਹੀਂ ਆ ਰਹੀ। ਤੇ ਹੁਣ ਚਰਚਾ ਇਹ ਹੈ ਕਿ ਜ਼ਿੰਮੇਵਾਰੀ ਜੀ ਪ੍ਰਧਾਨ ਦੀ ਹੋਣੀ ਚਾਹੀਦੀ ਹੈ ਨਤੀਜਿਆਂ ਦੀ। ਇਸ ਲਈ ਫਿਰ ਵਰਕਿੰਗ ਪ੍ਰਧਾਨ ਦੇ ਨਾਤੇ ਜੇ ਭਾਰਤ ਭੂਸ਼ਣ ਆਸ਼ੂ ਕਹਿੰਦਾ ਜੀ ਮੇਰਾ ਅਸਤੀਫਾ ਚੱਕੋ, ਕਿ ਉਹ ਕੱਲਾ ਉਮੀਦਵਾਰ ਨਹੀਂ ਸੀ, ਉਹ ਪੰਜਾਬ ਕਾਂਗਰਸ ਦਾ ਵਰਕਿੰਗ ਪ੍ਰਧਾਨ ਵੀ ਸੀ। ਇਹਦਾ ਮਤਲਬ ਜੇ ਪ੍ਰਧਾਨਾਂ ਦੀ ਵੀ ਨਹੀਂ ਆਪਸ ਵਿੱਚ ਬਣ ਰਹੀ। ਸਹੀ ਗੱਲ ਹੈ, ਬਿਲਕੁਲ। ਤੇ ਫਿਰ ਉਸ ਨਾਤੇ ਉਹਨੇ ਅਸਤੀਫਾ ਦੇ ਕੇ ਫਿਰ ਪਾਰਟੀ ਦੀ ਬਾਕੀ ਲੀਡਰਸ਼ਿਪ ਲਈ ਸਵਾਲ ਤਾਂ ਖੜਾ ਕਰੇ ਦਿੱਤਾ ਕਿ ਵੀ ਜੇ ਉਹ ਦੇ ਸਕਦਾ ਅਸਤੀਫਾ, ਤੁਸੀਂ ਅਸਤੀਫੇ ਦੀ ਪੇਸ਼ਕਸ਼ ਕਿਉਂ ਨਹੀਂ ਕਰਦੇ? ਚਲੋ ਅਸਤੀਫਾ ਨਹੀਂ ਦੇਣਗੇ, ਪਰ ਅੱਜ ਨਹੀਂ ਤਾਂ ਕੱਲ, ਕਿਉਂਕਿ ਕਾਂਗਰਸ 'ਚ ਹਰ ਕੰਮ ਲਟਕਾ ਕੇ ਹੁੰਦਾ। ਹਾਂਜੀ ਹਾਂਜੀ। ਤੋ ਇਸ ਲਈ ਹੋ ਸਕਦਾ 2-4 ਮਹੀਨੇ ਲਾ ਲੈਣ। 2027 ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਨਵਾਂ ਪ੍ਰਧਾਨ ਮਿਲੂਗਾ ਹੀ ਮਿਲੂਗਾ, ਇਹਦਾ ਤੈਅ ਆ। ਕਾਂਗਰਸੀਆਂ ਨੂੰ ਸੁਨੇਹਾ ਪਹੁੰਚ ਗਿਆ ਇਹਦਾ। ਤੇ ਹੁਣ ਹਾਈ ਕਮਾਂਡ ਨੇ ਦੇਖਣਾ ਜੀ। ਠੀਕ ਹੈ, ਜੇ ਇੰਨੀ ਉਹ ਸਮਝ ਹੁੰਦੀ ਹਾਈ ਕਮਾਂਡ ਨੂੰ ਤਾਂ ਫਿਰ ਉਹ ਜ਼ਿਮਨੀ ਚੋਣ ਤੋਂ ਪਹਿਲਾਂ ਇਹਨਾਂ ਨੂੰ ਏਕਾ ਕਰਾਉਂਦੀ। ਹੁਣ ਬਾਅਦ ਚੋਂ ਚਾਹੇ ਏਕਾ ਕਰਾਉਣੀ, ਕੋਈ ਨਵਾਂ ਪ੍ਰਧਾਨ ਲਿਆਓ ਜੀ। ਸਹੀ ਗੱਲ। ਪਤਾ ਤਾਂ ਉਹਨਾਂ ਨੂੰ ਵੀ ਸੀ ਜੇ ਭਾਰਤ ਭੂਸ਼ਣ ਆਸ਼ੂ ਚਿੱਠੀ ਲਿਖਿਆ ਆ, ਸੁਨੇਹਾ ਲਾਇਆ ਆ, ਮੂੰਹ ਜ਼ਬਾਨੀ ਕਿਹਾ ਆ, ਇਸ ਸ਼ਰਤ ਤੇ ਟਿਕਟ ਲੈ ਕੇ ਆਇਆ, ਇਹਦਾ ਮਤਲਬ ਫਿਰ ਹਾਈ ਕਮਾਂਡ ਕੀ ਸਮਝਾ ਪਾਈ ਜੀ? ਪੁੱਛੋ ਹੁਣ ਭੁਪੇਸ਼ ਬਘੇਲ ਨੂੰ ਜਾਂ ਰਾਹੁਲ ਗਾਂਧੀ ਨੂੰ, ਜਾਂ ਪੁੱਛੋ ਖੜਗੇ ਹੋਰਾਂ ਨੂੰ ਜਿਹੜੇ ਉਹਨਾਂ ਦੇ ਪ੍ਰਧਾਨ। ਇਹਦਾ ਮਤਲਬ ਕਾਂਗਰਸ 'ਚ ਕੋਈ ਕਿਸੇ ਦੀ ਨਹੀਂ ਸੁਣਦਾ, ਸਭ ਆਪਣਾ ਆਪਣਾ ਰਾਗ ਅਲਾਪਦੇ ਨੇ ਤੇ ਉਹਦਾ ਨਤੀਜਾ ਫਿਰ ਪਾਰਟੀ ਭੋਗ ਰਹੀ ਹੈ। ਤੇ 2027 ਲਈ ਵੀ ਫਿਰ ਤਿਆਰ ਬਿਲਕੁਲ ਸਹੀ ਹੈ ਜੀ। ਕਾਂਗਰਸ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਨਾ ਵੀ ਕਾਂਗਰਸ ਨੂੰ ਵਿਰੋਧੀ ਨਹੀਂ ਹਰਾਉਂਦੇ, ਕਾਂਗਰਸ ਆਪਣੇ ਆਪ ਹੀ ਹਾਰ ਜਾਂਦੀ ਹੈ। ਕਾਂਗਰਸ ਨੂੰ ਆਪਦੀ ਲੀਡਰ ਹੀ ਹਰਾ ਲੈਂਦੇ ਆ। ਹਰਿਆਣਾ ਇਹਦੀ ਉਦਾਹਰਨ ਹੈ ਜੀ। ਹਰਿਆਣਾ 2 ਵਾਰ ਸਰਕਾਰ ਬਣਾ ਰਹੀ ਸੀ, 2 ਵਾਰ ਰਹਿ ਗਏ। ਸਹੀ ਗੱਲ ਹੈ ਜੀ। ਫਿਰ ਵੀ ਅਜੇ ਵੀ ਇਕੱਠੇ ਨਹੀਂ ਹੋ ਰਹੇ। ਅਜੇ ਤੱਕ ਆਪਣਾ ਵਿਰੋਧੀ ਧਿਰ ਦਾ ਲੀਡਰ ਨਹੀਂ ਬਣਿਆ, ਉਹਨਾਂ ਤੋਂ ਸਰਕਾਰ ਬਣੀ ਸਾਲ ਹੋ ਗਿਆ। ਜੀ ਜੀ, ਸਹੀ ਹੈ। ਤੇ ਜਾਂਦਿਆਂ ਦੀ ਗੱਲ ਕਰੀਏ ਉਹਨਾਂ ਮੰਤਰੀਆਂ ਦੀ ਜਿਹੜੇ ਰੀਲਾਂ ਬਣਾਉਂਦੇ ਨੇ ਤੇ ਹੁਣ ਕਹਿੰਦੇ ਵੀ ਆਵਾਮ ਤੇ ਦੇਸ਼ ਵਾਸੀ ਉਹਨਾਂ ਤੋਂ ਖਾਸੇ ਨਾਰਾਜ਼ ਨੇ। ਪ੍ਰਵੀਨ ਜੀ, ਇਹ ਵਰਤਾਰਾ ਨਾ ਕਾਫੀ ਜ਼ਿਆਦਾ ਵੱਧ ਗਿਆ। ਆਪਾਂ ਅਕਸਰ ਅੱਗੇ ਵੀ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਲੀਡਰ ਆਪਣਾ ਬਿਆਨ ਦੇ ਕੇ ਹੀ ਗੱਲ ਖਤਮ ਸਮਝ ਲੈਂਦੇ ਨੇ ਕਿ ਕੰਮ ਹੋ ਗਿਆ। ਕਰਦੇ ਰਹਿੰਦੇ ਆਪਾਂ। ਮਤਲਬ ਕੋਈ ਘਟਨਾ ਵਾਪਰ ਜਾਵੇ, ਕਿਸੇ ਲੀਡਰ ਦਾ ਕੋਈ ਬਿਆਨ ਆ ਜਾਵੇ, ਕਿਤੇ ਕੋਈ ਮੁੱਦਾ ਹੋ ਜਾਵੇ, ਕੋਈ ਸਮਾਜਿਕ ਪਹਿਲੂ ਆ ਜਾਵੇ, ਸਭ ਤੋਂ ਪਹਿਲਾਂ ਲਾਈਵ ਹੋ ਜਾਓ ਜੀ,
ਸਭ ਤੋਂ ਪਹਿਲਾਂ ਆਪਣਾ ਟਵੀਟ ਪਾ ਦਿਓ ਜੀ, ਬਸ ਲਓ ਜੀ। ਧਰਾਤਲ ਤੇ ਰਾਜਨੀਤਿਕ ਧਿਰਾਂ ਲੜਦੀਆਂ ਨਜ਼ਰ ਨਹੀਂ ਆਉਂਦੀਆਂ, ਪਰ ਇੱਥੋਂ ਤੱਕ ਲੋਕ ਬਰਦਾਸ਼ਤ ਕਰ ਰਹੇ ਨੇ। ਨਰਿੰਦਰਦੀਪ ਕਤਲ ਮਾਮਲੇ 'ਚ ਤੁਸੀਂ ਦੇਖ ਲਓ, ਕੋਈ ਬੋਲਿਆ ਹੀ ਨਹੀਂ। ਬਿਲਕੁਲ ਹੈ ਨਾ ਜੀ। ਪਰ ਜਦੋਂ ਕੋਈ ਸਮਾਜਿਕ ਤੌਰ ਤੇ ਵੱਡਾ ਹਾਦਸਾ ਵਾਪਰਦਾ ਜੀ, ਵੱਡੀ ਘਟਨਾ ਵਾਪਰਦੀ ਹੈ, ਉਸ ਮੌਕੇ ਸੰਵੇਦਨਾ ਦਿਖਾਉਣ ਦੀ ਬਜਾਏ, ਉਸ ਮੌਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਤੁਸੀਂ ਉਸ ਘਟਨਾ ਸਥਲ ਤੇ ਜਾ ਕੇ ਰੀਲਾਂ ਬਣਾਓ ਤੇ ਉਹਨੂੰ ਅਪਲੋਡ ਕਰੋ। ਮੈਂ ਕਹਿੰਦਾ ਤੁਹਾਡੇ ਪੇਜਾਂ ਤੇ ਚੱਲਣ, ਚਾਹੇ ਕਿਤੇ ਹੋਰ ਪਲੇਟਫਾਰਮਾਂ ਤੇ ਚੱਲਣ, ਜਦੋਂ ਬਣ ਰਹੀਆਂ ਹੁੰਦੀਆਂ ਤਾਂ ਤੁਹਾਨੂੰ ਸਪਸ਼ਟ ਪਤਾ ਹੁੰਦਾ ਕਿ ਤੁਹਾਡੀ ਰੀਲ ਬਣਾਈ ਜਾ ਰਹੀ ਹੈ, ਤੁਹਾਡਾ ਸ਼ੂਟ ਕੀਤਾ ਜਾ ਰਿਹਾ। ਤੁਸੀਂ ਇਹੀ ਥਾਂ ਤੇ ਰੋਕ ਵੀ ਸਕਦੇ ਹੋ ਕਿ ਇੱਥੇ ਕੋਈ ਕੈਮਰੇ ਦੀ ਲੋੜ ਨਹੀਂ। ਬਸ ਮਤਲਬ ਜਿਹੀ ਜੀ ਕੋਕੋ, ਇਹ ਜੇ ਨਿਆਣੇ, ਜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕੈਮਰਾ ਫ੍ਰੈਂਡਲੀ ਨੇ, 24 ਘੰਟੇ ਕੈਮਰੇ 'ਚ ਰਹਿਣਾ ਤੇ ਉਸ ਫਰੇਮ 'ਚ ਕੋਈ ਹੋਰ ਨਹੀਂ ਆਉਣਾ ਚਾਹੀਦਾ, ਚਾਹੇ ਉਹ ਅਹਿਮਦਾਬਾਦ ਦਾ ਜਹਾਜ਼ ਹਾਦਸਾ ਹੀ ਕਿਉਂ ਨਾ ਹੋਵੇ, ਹੈ ਨਾ, ਫਿਰ ਤਾਂ ਵੀ ਬਾਕੀ ਵੀ ਬਣਾਉਣਗੇ। ਮੈਂ ਅਨਿਲ ਜੈਨ ਹੋਰੀ ਨਾ ਕਾਲਮ ਲਿਖਦੇ ਨੇ ਵੱਖ-ਵੱਖ ਅਖਬਾਰਾਂ ਲਈ, ਮੈਂ ਰੈਗੂਲਰ ਪਾਠ ਕਰਾਉਣਾ। ਠੀਕ ਹੈ। ਤੇ ਉਹਨਾਂ ਦੇ ਉਸ ਕਾਲਮ ਦਾ ਇੱਕ ਹਿੱਸਾ ਮੈਨੂੰ ਲੱਗਾ ਕਿ ਇਸ ਸਵਾਲ ਨਾਲ ਉਹਦੀ ਗੱਲ ਹੋਣੀ ਬਣਦੀ। ਉਹ ਕਹਿੰਦੇ ਜੀ, ਰੀਲਾਂ ਵਾਲੇ ਮੰਤਰੀਆਂ ਨਾਲ ਨਾਰਾਜ਼ਗੀ, ਪਤਾ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਨੇ ਮਹਿਸੂਸ ਕੀਤਾ ਹੈ ਜਾਂ ਨਹੀਂ, ਪਰ ਕਿਸੇ ਵੀ ਹਾਦਸੇ ਮੌਕੇ ਪਹੁੰਚ ਕੇ ਰੀਲਾਂ ਬਣਾਉਣ ਵਾਲੇ ਮੰਤਰੀਆਂ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਵੱਧ ਰਹੀ ਹੈ। ਲੋਕ ਸੋਸ਼ਲ ਮੀਡੀਆ ਉੱਤੇ ਇਸ ਨੂੰ ਠੀਕ ਨਹੀਂ ਮੰਨ ਰਹੇ। ਉਹ ਚਾਹੁੰਦੇ ਹਨ ਕਿ ਮੰਤਰੀ ਫੈਸਲਾਕੁਨ ਕਾਰਵਾਈ ਕਰਨ ਤੇ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ। ਲੋਕ ਉਹਨਾਂ ਦੀਆਂ ਰੀਲਾਂ ਨਹੀਂ ਦੇਖਣਾ ਚਾਹੁੰਦੇ। ਭਾਜਪਾ ਸਮਰਥਕ ਵੀ ਇਸ ਦੀ ਆਲੋਚਨਾ ਕਰਨ ਲੱਗ ਪਏ ਹਨ। ਇਸ ਸਮੇਂ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਿਸ਼ਾਨੇ ਉੱਤੇ ਹਨ। ਜਦੋਂ ਉਹ ਅਹਿਮਦਾਬਾਦ ਵਿੱਚ ਜਹਾਜ਼ ਹਾਦਸੇ ਵਾਲੀ ਥਾਂ ਤੇ ਗਏ ਤਾਂ ਉਹਨਾਂ ਦੀ ਰੀਲ ਬਣਾਈ ਗਈ। ਪ੍ਰਧਾਨ ਮੰਤਰੀ ਮੋਦੀ ਦੀਆਂ ਰੀਲਾਂ ਵੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਨਿਸ਼ਾਨੇ ਉੱਤੇ ਰਹੇ। ਬਾਲਾਸਰ ਰੇਲ ਹਾਦਸੇ ਦੇ ਮੌਕੇ ਉਹਨਾਂ ਦੀ ਰੀਲ ਬਣਾਉਣ ਲੋਕਾਂ ਨੂੰ ਪਸੰਦ ਨਹੀਂ ਆਈ। ਹੁਣ ਪਿਛਲੇ ਦਿਨੀ ਰੇਲ ਹਾਦਸਾ ਹੁੰਦਾ, ਉਹਦੇ ਵਿੱਚ 297 ਲੋਕ ਮਾਰੇ ਜਾਂਦੇ ਨੇ ਤੇ ਉਸ ਥਾਂ ਤੇ ਸਾਡਾ ਰੇਲਵੇ ਮੰਤਰੀ ਆਪਣੀਆਂ ਰੀਲਾਂ ਬਣਾ ਕੇ ਪਾ ਰਹੇ। ਅਹਿਮਦਾਬਾਦ ਜਹਾਜ਼ ਹਾਦਸਾ ਹੁੰਦਾ, ਸਾਡਾ ਹਵਾਬਾਜ਼ੀ ਮੰਤਰੀ ਉੱਥੇ ਰੀਲਾਂ ਬਣਾ ਕੇ ਪਾ ਰਹੇ ਜੀ 275 ਲੋਕ ਮਾਰੇ ਗਏ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕੋਈ ਥਾਂ ਛੱਡਦੇ ਹੀ ਨਹੀਂ ਗੇ। ਜਿੱਥੇ ਜਾਣ ਉੱਥੇ ਦੀ ਰੀਲ, ਉੱਥੇ ਦੀ ਵੀਡੀਓ, ਉੱਥੇ ਦੀ ਫੋਟੋਗ੍ਰਾਫੀ ਇਸ ਐਂਗਲ ਤੋਂ ਕਿ ਇਕੱਲੇ ਦਿਖੀਏ ਤੇ ਕੋਈ ਫਰੇਮ 'ਚ ਨਾ ਆ ਜਾਵੇ। ਸੋ ਇਹ ਸਾਰਾ ਵਰਤਾਰਾ ਲੋਕਾਂ ਨੂੰ ਪੀੜ ਦਿੰਦਾ। ਬਈ ਰੇਲ ਹਾਦਸਾ ਹੋਇਆ, ਤੁਸੀਂ ਜ਼ਿੰਮੇਵਾਰੀ ਲਓ ਤੇ ਅਸਤੀਫਾ ਦਿਓ। ਸਹੀ ਹੈ ਨਾ। ਜੇ ਮਤਲਬ ਹਵਾਈ ਹਾਦਸਾ ਹੋਇਆ ਤਾਂ ਹਵਾਬਾਜ਼ੀ ਮੰਤਰੀ ਜ਼ਿੰਮੇਵਾਰੀ ਲਵੇ, ਅਸਤੀਫਾ ਦੇਵੇ। ਜੇ ਪਹਿਲਗਾਮ ਹਮਲਾ ਹੋਇਆ, ਪੁਲਵਾਮਾ ਹਮਲਾ ਹੋਇਆ, ਉਸ ਘਟਨਾ ਦੀ ਜ਼ਿੰਮੇਵਾਰੀ ਲਓ ਤੁਸੀਂ। ਗ੍ਰਹਿ ਮੰਤਰਾਲਾ, ਪ੍ਰਧਾਨ ਮੰਤਰੀ ਅਸਤੀਫੇ ਦਿਓ। ਮਤਲਬ ਪੇਸ਼ਕਸ਼ ਤਾਂ ਕਰੋ। ਤੁਹਾਡਾ ਅਸਤੀਫਾ ਕਿਹੜਾ ਪ੍ਰਵਾਨ ਕਰ ਲੈਣਾ ਕਿਸੇ ਨੇ? ਜੀ ਜੀ, ਤੁਹਾਡੇ ਆਪਣੇ ਹੀ ਨੇ ਜਿਹਨਾਂ ਨੂੰ ਤੁਸੀਂ ਦੇਣਾ ਤੇ ਉਹਨਾਂ ਨੇ ਨਾ ਕਰਨੀ ਹੈ। ਤੇ ਪਰ ਤੁਹਾਡਾ ਇੰਨੀ ਹਿੰਮਤ ਵੀ ਨਹੀਂ, ਜ਼ਿੰਮੇਵਾਰੀ ਨਹੀਂ ਲੈਣੀ, ਰੀਲ ਜ਼ਰੂਰ ਬਣਾਉਣੀ ਹੈ। ਸੋ ਇਸ ਲਈ ਰੀਲਾਂ ਵਾਲੇ ਮੰਤਰੀਆਂ ਤੋਂ ਲੋਕ ਖਾਸੇ ਔਖੇ ਹੋਣ ਲੱਗੇ ਨੇ ਜੀ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਾਡੇ ਵਾਲਿਆਂ ਨੂੰ ਵੀ ਖਾਸਾ ਸ਼ੌਂਕ ਹੈ ਜੀ। ਹਾਂਜੀ ਹਾਂਜੀ, ਬਿਲਕੁਲ ਬਹੁਤ ਸ਼ੌਂਕ ਹੈ। ਲੋਕ ਤਾਂ ਜੇਕਰ ਕਿਸੇ ਮਸਲੇ ਤੇ ਕੋਈ ਰੀਲਾਂ ਪਾਉਣ, ਵੀਡੀਓ ਪਾਉਣ ਤਾਂ ਉਹਨਾਂ ਦਾ ਪੇਜ ਬੰਦ ਕਰਵਾ ਦਿੰਦੇ ਆ। YouTube ਦੇ ਉੱਤੋਂ ਦਾ ਚੈਨਲ ਚੁਕਵਾ ਦਿੰਦੇ ਆ, Facebook ਦਾ ਪੇਜ ਬੰਦ ਕਰਵਾ ਦਿੰਦੇ। ਜੇ ਕੋਈ ਬੰਦਾ ਹੱਕ ਸੱਚ ਦੀ ਗੱਲ ਕਰਦਾ, ਲੋਕਾਂ ਦੇ ਨਾਲ ਖੜਦਾ। ਮੈਂ ਪਿੱਛੇ ਜੇ ਸੋਚ ਰਿਹਾ ਸੀ ਸ਼ਰਮਾ ਜੀ, ਕਈ ਘਟਨਾਵਾਂ ਨੂੰ ਵਾਚ ਕੇ, ਕਿ ਸਮਾਜ ਦੇ ਵਿੱਚੋਂ ਜਿਹੜਾ ਨਿਆਂ ਨਾ ਉਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਉਹ ਕਿਉਂਕਿ ਉਸ ਅਨਿਆਂ ਦੇ ਵਿਰੁੱਧ ਕੋਈ ਖੜਦਾ ਹੀ ਨਹੀਂ ਗਾ ਤੇ ਨਿਆਂ ਆਪੇ ਖਤਮ ਹੋਊਗਾ। ਜਦੋਂ ਅਨਿਆਂ ਦੇ ਵਿਰੁੱਧ ਕੋਈ ਬੋਲਣ ਵਾਲਾ ਨਾ ਰਿਹਾ, ਸਭ ਤੋਂ ਵੱਡੀ ਜ਼ਿੰਮੇਵਾਰੀ ਮੀਡੀਆ ਤੇ ਵਿਰੋਧੀ ਧਿਰਾਂ ਦੀ ਹੁੰਦੀ ਸੀ, ਆਪੋਜੀਸ਼ਨ ਦੀ ਹੁੰਦੀ ਸੀ। 2014 ਦੇ ਵਿੱਚ ਆਪਾਂ ਨੂੰ ਪਤਾ ਆਪੋਜੀਸ਼ਨ ਲੈਸ ਮੁਲਕ ਸੀਗਾ, 2019 ਦੇ ਵਿੱਚ ਫਿਰ, ਪਰ 2024 ਦੇ ਵਿੱਚ ਤਾਂ ਲੋਕਾਂ ਨੇ ਵਿਰੋਧੀ ਧਿਰ ਚੁਣੀ ਆ। ਉਹ ਵਿਰੋਧੀ ਧਿਰ ਦਾ ਕੋਈ ਬਿਆਨ ਕਿਸੇ ਮਸਲੇ ਦੇ ਉੱਤੇ, ਕੋਈ ਮਣੀਪੁਰ ਦੇ ਉੱਤੇ ਜਾਂ ਕੁਛ, ਇਕੱਲੇ ਖੜਗੇ ਸਾਹਿਬ ਦਾ ਮੈਂ ਬਿਆਨ ਪੜ੍ਹਦਾ ਜੀ ਅਖਬਾਰਾਂ ਦੇ ਵਿੱਚ, ਉਹ ਮਾੜਾ ਮੋਟਾ ਬੋਲਦੇ ਨੇ। ਹੋਰ ਤਾਂ ਕਾਂਗਰਸ ਦਾ ਨਾ ਕੋਈ ਸੂਬਾ ਪ੍ਰਧਾਨ, ਨਾ ਕੋਈ ਹੋਰ, ਨਾ ਕੋਈ ਜੰਤਰ ਮੰਤਰ ਤੇ ਬੈਠਣ ਨੂੰ ਰਾਜ਼ੀ ਹੈ। ਪੰਜਾਬ ਕਾਂਗਰਸ ਦੀ ਤਾਂ ਗੱਲ ਤੁਸੀਂ ਸਾਰੀ ਦੱਸ ਕੇ ਹਟਿਆ, ਵਿਥਿਆ ਇਹਨਾਂ ਦੀ ਹਾਲ ਕੀ ਬਣੇ ਹੋਏ ਨੇ। ਸੋ ਜੇਕਰ ਇਹ ਨਾ ਬੋਲੇ, ਜੇਕਰ ਮੀਡੀਆ ਨਾ ਬੋਲੇ, ਜੇਕਰ ਐਡੀਟੋਰੀਅਲ ਨਾ ਲਿਖੇ ਗਏ, ਜੇਕਰ ਸੰਪਾਦਕੀਆਂ ਨਾ ਲਿਖੇ ਗਈਆਂ, ਤਾਂ ਫਿਰ ਲੋਕਾਂ ਦੇ ਹੱਕ ਹਕੂਕ ਮਿੱਧੇ ਜਾਣੇ, ਦਰੜੇ ਜਾਣੇ। ਉਹਨਾਂ ਦੀ ਕੌਣ ਪਰਵਾਹ ਕਰੂਗਾ? ਇਸੇ ਕਰਕੇ ਆ ਪਾਣੀਆਂ ਦੇ ਆਪਣੀ ਜ਼ਿੰਮੇਵਾਰੀ ਤਾਂ ਨਿਭਾਓ। ਲੋਕਾਂ ਨੇ ਤੁਹਾਨੂੰ ਵਿਰੋਧੀ ਧਿਰ 'ਚ ਬਿਠਾਇਆ ਤਾਂ ਸਰਕਾਰ ਨੂੰ ਸਵਾਲ ਤਾਂ ਕਰੋ। ਕੋਈ ਰੋਲ ਨਹੀਂ ਨਿਭਾ ਰਹੇ। ਨਹੀਂ, ਮੈਂ ਕਹਿੰਦਾ ਤੁਸੀਂ ਇਸੇ ਲਾਲਚ 'ਚ ਕਰ ਲਓ ਕਿ ਗਾਹਾਂ ਨੂੰ ਅਸੀਂ ਫੇਰ ਆਉਣਾ। ਹਾਂਜੀ ਬਿਲਕੁਲ, ਕਰਦੇ ਤਾਂ ਦੱਸੋ ਕਿਤੇ। ਇਹ ਮੰਨ ਕੇ ਹੁਣ ਜਿਹੜੀ ਰਾਜਨੀਤੀ ਹੁੰਦੀ ਹੈ ਨਾ ਪ੍ਰਵੀਨ ਜੀ, ਉਹ ਵੱਖਰੇ ਤਰੀਕੇ ਦੀ ਹੈ। ਬਿਲਕੁਲ ਹੁਣ ਹੋ ਰਹੀ ਹੈ ਕਿ ਲੋਕ ਜੀ ਆਮ ਆਦਮੀ ਪਾਰਟੀ ਤੋਂ, ਜਿਵੇਂ ਪੰਜਾਬ ਦੇ ਬਾਰੇ ਗੱਲ ਕਰਾਂ, ਲਓ ਜੀ ਕਾਂਗਰਸ ਘਰੇ ਬੈਠ ਕੇ ਕੀ ਸੋਚਦੀ ਹੈ। ਦੇਖੋ ਜੀ, ਆਮ ਆਦਮੀ ਪਾਰਟੀ ਤੋਂ ਲੋਕ ਔਖੇ ਨੇ। ਹਾਂਜੀ,
ਅਕਾਲੀ ਦਲ ਉੱਠ ਨਹੀਂ ਰਿਹਾ, ਬੀਜੇਪੀ ਅਜੇ ਪਸੰਦ ਨਹੀਂ, ਫਿਰ ਆਪਾਂ ਹੀ ਆਪਾਂ ਜਿੱਤਾਂਗੇ। ਹੀ ਜਿੱਤਾਂਗੇ, ਆਪ ਹੀ ਅੰਦਾਜ਼ਾ ਲਾ ਕੇ ਘਰੇ ਬੈਠੇ ਜਿੱਤੇ ਪਏ ਆ ਇਹ, ਬਿਲਕੁਲ ਕਿ ਭਾਈ ਨਕਾਰੇ ਵੀ ਤੁਸੀਂ ਵੀ ਤਾਂ ਮੈਨੂੰ ਉਸੇ ਕਤਾਰ 'ਚ ਖੜੇ ਹੋ। ਸਹੀ ਗੱਲ, ਬਿਲਕੁਲ ਭਰੋਸਾ ਤੁਸੀਂ ਵੀ ਗਵਾ ਚੁੱਕੇ ਹੋ ਜੀ ਜੀ, ਤੇ ਭਰੋਸਾ ਬਹਾਲ ਕਰਨ ਲਈ ਕੋਈ ਤੇ ਲੜੇ ਹੀ ਨਹੀਂ ਰਹੀ। ਲੜ ਹੀ ਨਹੀਂ ਰਹੀ, ਸਹੀ ਗੱਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।